Hello everyone. I hope I am audible. All right. Once I am done with my explanation for which we have called this free webinar, then obviously we will be giving you mic. ਤੁਸੀਂ ਜੋ ਪੁੱਛਣਾ ਹੈ ਦਿਲ ਖੋਲ ਕੇ ਪੁੱਛਣਾ, ਜੋ ਸਮਝਣਾ ਸਮਝ ਲੈਣਾ। ਸੂਰਜ ਪੌਲ ਜੀ ਤੁਹਾਨੂੰ ਵੀ ਰਿਕੁਐਸਟ ਹੈ, ਇੱਕ ਵਾਰੀ ਪਹਿਲੇ ਮੈਨੂੰ ਸਮਝਾ ਲੈਣ ਦਿਓ, ਹੱਥ ਤਾਂ ਫਿਰ ਆਪਾਂ ਖੜੇ ਕਰ ਹੀ ਲਵਾਂਗੇ। ਇੱਕ ਤਾਂ ਪੰਜਾਬੀਆਂ ਨੂੰ ਹੱਥ ਖੜਾ ਰੱਖਣ ਦੀ ਬਹੁਤ ਆਦਤ ਹੈ ਨਾ, ਵੀ ਆਪਾਂ ਕੁਝ ਕਰ ਲੈਣਾ। ਥੈਂਕ ਯੂ ਪ੍ਰਿयंका शर्मा, थैंक यू जी। ਨਾ ਹਲੇ ਮੈਂ ਕਿਸੇ ਨੂੰ ਮਾਈਕ ਨਹੀਂ ਦੇ ਰਿਹਾ, ਹਲੇ ਮੈਂ ਬੋਲਾਂਗਾ, ਰਾਈਟ। ਪਹਿਲੇ ਮਾਝੇ ਵਾਲਾ ਬੋਲ ਲੇ, ਫਿਰ ਤੁਹਾਡੀ ਸਾਰਿਆਂ ਦੀ ਗੱਲ ਸੁਣਦੇ ਆ। ਪਹਿਲੇ ਤਾਂ ਸਾਰੇ ਪੰਜਾਬ ਨੂੰ ਬਹੁਤ ਬਹੁਤ ਵਧਾਈ, ਤੁਸੀਂ ਨਵੀਂ ਸਰਕਾਰ ਚੁਣੀ, ਬਹੁਮਤ ਦਿੱਤਾ ਸਰਕਾਰ ਨੂੰ। ਐਂਡ ਲੋਕੀ ਤਾਂ ਗੱਲਾਂ ਕਰਦੇ ਸੀ ਇਸ ਵਾਰ ਸ਼ਾਇਦ ਪੰਜਾਬ 'ਚ ਹੰਗ ਲੈਜਿਸਲੇਚਰ ਆ ਜੂ, ਬਟ ਦੈਨ ਪੰਜਾਬੀਜ਼ ਸ਼ੋਡ ਦੈਟ we are above the lines of religion, above the lines of any other consideration, and we want a stable and a peaceful environment in Punjab. ਸੋ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਇਸ ਗੱਲ ਦੀ। ਹੁਣ ਅਸੀਂ ਗੱਲ ਕਰਦੇ ਹਾਂ ਪੰਜਾਬ PCS ਦੀ। ਦੇਖੋ, ਉਮੀਦ ਹਮੇਸ਼ਾ ਹੁੰਦੀ ਹੈ ਕਿ PCS ਛੇਤੀ ਆ ਜਾਊ, ਬਟ ਟ੍ਰੈਂਡ ਕੀ ਚੱਲਦੇ ਆ ਕਿ 1.5 ਸਾਲ 2 ਸਾਲ 2.5 ਸਾਲ ਦੇ ਗੈਪ ਤੇ PCS ਦਾ ਪੇਪਰ ਆਉਂਦਾ ਹੈ। ਆਮ ਆਦਮੀ ਪਾਰਟੀ ਨੇ ਵੈਸੇ ਤਾਂ ਇਦਾਂ ਦੇ ਕੋਈ ਖਾਸ ਵਾਅਦੇ ਨਹੀਂ ਕੀਤੇ ਹੋਏ ਸੀ ਕਿ ਮੈਨੀਫੈਸਟੋ ਕੋਈ ਦਿੱਤਾ ਹੋਏ ਬਹੁਤ ਵਧੀਆ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਜ਼ਿਆਦਾ ਰੁਜ਼ਗਾਰ ਜਿਹੜਾ ਪੰਜਾਬ ਬੱਚਿਆਂ ਨੂੰ ਦੇਣਾ ਹੈ। ਬਟ obviously going by the trends and the developments in the past, there had been news ਕਿ 150 ਦੇ ਆਸ-ਪਾਸ ਪੋਸਟ ਜਿਹੜੀਆਂ ਨੇ ਪੰਜਾਬ PCS ਤੇ ਅਲਾਈਡ ਸਰਵਿਸ ਦੀਆਂ ਉਹ ਹੈਗੀਆਂ, ਤੇ ਹੁਣ ਸਾਨੂੰ ਉਹਦੇ ਉੱਪਰ ਕੰਮ ਕਰਨਾ ਹੈ, ਰਾਈਟ। ਸੋ ਦਿਸ ਵਾਜ਼ ਇਨ ਦ ਨਿਊਜ਼। ਨਵੀਂ ਸਰਕਾਰ ਬਣ ਗਈ, ਸਟੇਬਲ ਸਰਕਾਰ ਬਣ ਗਈ ਹੈ। ਓਬਵੀਅਸਲੀ ਦੇ ਵੁੱਡ ਰਿਕੁਆਇਰ ਮੋਰ ਐਂਡ ਮੋਰ ਸਿਵਲ ਸਰਵੈਂਟਸ, ਤੇ ਇਹਨਾਂ ਨੇ ਹੁਣ ਆਪਣੀ ਜਿਹੜੀ ਰਿਕਰੂਟਮੈਂਟ ਪ੍ਰੋਸੈਸ ਹੈ ਉਹ ਵੀ ਸਟਾਰਟ ਕਰਨੀ ਹੈ। ਬਟ ਇਹ ਐਸਾ ਤਾਂ ਹੋਣਾ ਨਹੀਂ ਹੈ ਕਿ ਸਰਕਾਰ ਨੇ ਬੰਦੀ ਪਹਿਲੀ ਜਿਹੜੀ ਤਵੱਜੋ ਹੈ ਤੁਹਾਡੇ ਵੱਲ ਦੇਣੀ ਹੈ ਕਿ ਚਲੋ ਬੱਚਿਆਂ ਨੂੰ ਆਪਾਂ ਰਿਕਰੂਟ ਕਰ ਲਈਏ। ਸੋ 3-4 ਮਹੀਨੇ ਦੇ ਵਿੱਚ ਇਹ ਪ੍ਰੋਸੈਸ ਸਟਾਰਟ ਹੋਣ ਦੀ ਉਮੀਦ ਹੈ, ਔਰ ਉਸ ਤੋਂ ਬਾਅਦ ਅਗਲੇ ਜਿਹੜੇ 3-4 ਮਹੀਨੇ ਹੋਣਗੇ ਉਹਦੇ ਵਿੱਚ ਪੇਪਰ ਹੋਣ ਦੀ ਉਮੀਦ ਹੈ। ਤੇ ਅਸੀਂ ਕਹਿ ਕੇ ਚੱਲ ਸਕਦੇ ਹਾਂ ਕਿ ਅੱਜ ਤੋਂ 6 ਤੋਂ 7 ਮਹੀਨੇ ਤੁਹਾਡੇ ਕੋਲ ਹੈ, ਪੇਪਰ ਆਉਣ ਦੀ ਤਿਆਰੀ ਜਿਹੜੀ ਹੈ ਉਹ ਹੋ ਚੁੱਕੀ ਹੈ। ਦੈਨ ਯੂ ਕੈਨ ਐਕਸਪੈਕਟ ਕਿ ਤੁਹਾਨੂੰ ਇੱਕ ਮੌਕਾ ਮਿਲਣ ਵਾਲਾ ਹੈ ਕਿ ਤੁਸੀਂ ਪੰਜਾਬ PCS ਦਾ ਪੇਪਰ ਦੇ ਲਓ। ਹੁਣ ਸਟੋਰੀ ਪਤਾ ਬੜੀ ਸਿੰਪਲ ਹੈ। ਜਿਹੜੇ ਨਾ ਪੰਜਾਬੀ ਬੱਚੇ ਆ, ਆਪਣੇ ਸਾਡੇ ਪੰਜਾਬ ਦੇ ਪਿਆਰੇ ਬੱਚੇ, ਇਹਨਾਂ ਨੂੰ ਇੱਕ ਗੱਲ ਨਾ ਸਮਝਾਉਣੀ ਥੋੜੀ ਔਖੀ ਹੈ, ਪਰ ਮੈਨੂੰ ਉਮੀਦ ਹੈ ਕਿ ਅੱਜ ਮੈਂ ਤੁਹਾਨੂੰ ਸਭ ਨੂੰ ਉਹ ਗੱਲ ਜਿਹੜੀ ਆ ਉਹ ਸੁਣਾ ਪਾਵਾਂਗਾ, ਸਮਝਾ ਪਾਵਾਂਗਾ, ਰਾਈਟ। ਅਸੀਂ ਨਾ ਹਮੇਸ਼ਾ ਮੌਕੇ ਦੀ ਉਡੀਕ 'ਚ ਬੈਠੇ ਰਹਿੰਦੇ ਹਾਂ। ਅਸੀਂ ਕਦੀ ਮੌਕੇ ਨੂੰ ਨਾ ਮੌਕੇ ਸਿਰਫ ਫੜਦੇ ਨਹੀਂ ਆ, ਹੈ ਨਾ। ਉਡੀਕ ਅਸੀਂ ਬਹੁਤ ਕਰ ਲੈਂਦੇ ਹਾਂ, PCS ਆਊਗਾ, ਮੈਂ ਤਿਆਰੀ ਕਰੂੰਗਾ ਜਾਂ ਕਰੂੰਗੀ, ਮੈਂ ਅਫਸਰ ਲੱਗੂੰਗਾ ਜਾਂ ਲੱਗੂਗੀ। ਪਰ ਅਸੀਂ ਕਦੀ ਇਹ ਨਹੀਂ ਸੋਚਦੇ ਕਿ ਯਾਰ ਮੌਕਾ ਆਂਦਾ ਨਹੀਂ ਹੈ, ਮੌਕਾ ਬਣਾਉਣਾ ਪੈਂਦਾ। ਉਹ ਕਿੱਦਾਂ ਬਣਾਇਆ ਜਾਂਦਾ ਮੌਕਾ, ਉਹਦਾ ਤਰੀਕਾ ਕੀ ਹੈ। ਨੀਰਜ ਜਿਹੜੇ ਸਾਡੇ ਓਲੰਪਿਕਸ ਦੇ ਵਿੱਚ 골ਡ ਮੈਡਲ ਲੈ ਕੇ ਆਏ, ਉਹਨਾਂ ਨੇ 골ਡ ਮੈਡਲ ਲੈਂਦੇ ਸਾਰੀ ਕੀ ਕਹਿ ਦਿੱਤਾ, ਸੀ ਯੂ ਆਫਟਰ 4 years, ਅਗਲੇ 4 ਸਾਲ ਦੀ ਤਿਆਰੀ ਸ਼ੁਰੂ ਕਰਤੀ। ਉਹਨਾਂ ਨੇ ਇਹ ਨਹੀਂ ਕਿਹਾ ਜਦੋਂ ਓਲੰਪਿਕ ਆਊਗੀ ਫਿਰ ਮੈਂ ਪ੍ਰੈਕਟਿਸ ਕਰ ਲੂੰਗਾ। ਹੀ ਵਾਜ਼ ਔਨ ਦਾ ਗਰਾਊਂਡ ਵਿਦਿਨ ਨੈਕਸਟ few hours. This is the way you have to prepare for this exam. Don't wait ਕਿ ਬਈ ਨੋਟੀਫਿਕੇਸ਼ਨ ਆਊਗੀ ਤਾਂ ਤਿਆਰੀ ਕਰਾਂਗੇ, ਐਂ ਥੋੜਾ ਹੁੰਦਾ। ਨੋਟੀਫਿਕੇਸ਼ਨ ਆਊਗੀ ਤਾਂ ਤਿਆਰੀ ਕਰਾਂਗੇ, ਬਿਲਕੁਲ ਨਹੀਂ ਹੁੰਦਾ ਇਸ ਤਰ੍ਹਾਂ। ਤਿਆਰੀ ਹੁੰਦੀ ਹੈ ਇਸ ਤਰ੍ਹਾਂ ਕਿ ਸਭ ਤੋਂ ਪਹਿਲੇ ਮੈਂ ਦੇਖਦਾ ਕਿ ਯਾਰ ਬ੍ਰੌਡਲੀ ਸਿਲੇਬਸ ਕੀ ਹੈ। ਸਭ ਤੋਂ ਪਹਿਲੀ ਚੀਜ਼ ਹੈ ਸਿਲੇਬਸ ਕੀ ਹੈ। ਹੁਣ ਸਿਲੇਬਸ ਨੂੰ ਸਿਰਫ ਵੇਖਣਾ ਨਹੀਂ ਹੈ, ਉਹਨੂੰ ਚੰਗੀ ਤਰ੍ਹਾਂ ਸਮਝਣਾ ਵੀ ਹੈ ਕਿ ਪ੍ਰੀਚ ਕੀ ਆਉਣਾ ਤੇ ਮੇਨਸ 'ਚ ਕੀ ਆਉਣਾ ਹੈ, ਪਿਛਲੇ ਸਾਲਾਂ ਦੇ ਟ੍ਰੈਂਡ ਕੀ ਚੱਲੇ। ਜੇ ਮੈਂ ਪਿਛਲੇ ਸਾਲ ਦਾ ਟ੍ਰੈਂਡ ਦੇਖਾਂ ਤੇ ਮੈਨੂੰ ਪਤਾ ਲੱਗਦਾ ਯਾਰ ਪ੍ਰੀ ਤੋਂ 15 ਰਿਜ਼ਲਟ ਆਉਣ ਤੋਂ 15 ਦਿਨਾਂ ਬਾਅਦ ਮੇਨਸ ਰੱਖਤਾ ਜਾਂਦਾ, ਤੇ ਬੱਚਿਆਂ ਕੋਲ ਟਾਈਮ ਹੀ ਨਹੀਂ ਹੁੰਦਾ ਕਿ ਉਹ ਮੇਨਸ ਦੀ ਆਨਸਰ ਰਾਈਟਿੰਗ ਪ੍ਰੈਕਟਿਸ ਕਰ ਲੈਣ ਜਾਂ ਸਿਲੇਬਸ ਵੀ ਕੰਪਲੀਟ ਕਰ ਲੈਣ, ਹੈ ਨਾ। ਇੰਨਾ ਟਾਈਮ ਵੀ ਨਹੀਂ ਦਿੱਤਾ ਜਾਂਦਾ। ਤੇ ਕਿਆ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਹੁਣੀ ਤੋਂ ਤਿਆਰ ਕਰ ਲਵਾਂ ਕਿ ਮੈਨੂੰ ਜੇ 15 ਦਿਨ ਦੀ ਜਗ੍ਹਾ 5 ਦਿਨ ਵੀ ਦਿੱਤੇ ਜਾਣ ਪ੍ਰੀ ਤੋਂ ਬਾਅਦ, ਤੇ ਮੈਂ ਮੇਨਸ ਦੇ ਆਨਸਰ ਗੱਡ ਕੇ ਆਵਾਂ ਉੱਥੇ ਜਾ ਕੇ, ਮੈਨੂੰ ਟੈਨਸ਼ਨ ਨਾ ਹੋਏ ਕਿ 5 ਦਿਨ ਮਿਲੇ ਕਿ 7 ਦਿਨ ਕਿ 15 ਦਿਨ। ਮੈਂ ਪਹਿਲੇ ਹੀ ਤਿਆਰ ਸੀ, ਰਾਈਟ। ਰਿਜ਼ਲਟ ਉਹਦਾ ਹੀ ਆਣਾ ਜਿਹੜਾ ਪਹਿਲੇ ਹੀ ਤਿਆਰ ਸੀ। ਉਹਦਾ ਰਿਜ਼ਲਟ ਤਾਂ ਆਣਾ ਹੀ ਨਹੀਂ ਜਿੰਨੇ ਉਸ ਟਾਈਮ ਤੇ ਟੈਨਸ਼ਨ ਹੋ ਜਾਣਾ, ਹਾਏ ਰੱਬਾ 5 ਦਿਨ ਦਿੱਤੇ, 10 ਦਿਨ ਦਿੱਤੇ, ਕਿ 15 ਦਿਨ ਦਿੱਤੇ, ਹੁਣ ਮੈਂ ਤਿਆਰੀ ਕਿੱਦਾਂ ਕਰਾਂ। ਉਹਦਾ ਰਿਜ਼ਲਟ ਤਾਂ ਕੀ ਆਣਾ, ਰਿਜ਼ਲਟ ਆਣਾ ਉਹਦਾ ਜਿਹਨੇ ਕਹਿਣਾ ਕੋਈ ਗੱਲ ਨਹੀਂ ਯਾਰ 5 ਦਿਨ ਆਣਾ ਬਹੁਤ ਹੈ, ਮੈਂ ਤਾਂ ਤਿਆਰੀ ਕੀਤੀ ਹੋਈ ਹੈ। ਹੁਣ ਇਹ 5 ਦਿਨ ਕਰਨਾ ਕੀ ਆ, ਆਪਣੇ ਨੋਟਸ ਨੂੰ ਇੱਕ ਵਾਰੀ ਫਟਾਫਟ ਦੇਖ ਲੈਣਾ ਤੇ ਥੋੜਾ ਜਿਹਾ ਅਖਬਾਰਾਂ ਨੂੰ ਦੇਖ ਲੈਣਾ, ਤੇ ਚਲੋ ਲਿਖੀਏ ਐਗਜ਼ਾਮ ਜਾ ਕੇ। ਬੈਸਟ ਐਗਜ਼ਾਮਪਲ ਦੇਵਾਂਗੇ, ਆਲਰੇਡੀ ਆਨਸਰ ਰਾਈਟਿੰਗ ਪ੍ਰੈਕਟਿਸ ਹੋ ਚੁੱਕੀ ਹੈ, ਕੋਈ ਸੋਚਣ ਦੀ ਲੋੜ ਨਹੀਂ ਪੈਣੀ ਹੈ, ਬਹਿਣਾ ਤੇ ਵਧੀਆ ਆਨਸਰ ਲਿਖਣੇ ਹੈ, ਰਾਈਟ। अब अच्छा, अब ना एक और बात देखो, ਹੁਣ ਨਾ ਵਿੱਚ ਹਿੰਦੀ ਆ ਜੂ ਥੋੜੀ ਜੀ ਮੇਰੀ, ਕਿਉਂਕਿ ਐਡੇ ਸਾਲਾਂ ਦਾ ਨਾ IAS ਦੇ ਬੈਚ ਪੜਾ ਕੇ ਨਾ ਹਿੰਦੀ ਬੋਲਣ ਦੀ ਵੀ ਆਦਤ ਪੈ ਗਈ ਥੋੜੀ। ਬਟ ਚਲੋ ਟਰਾਈ ਕਰਦੇ ਹਾਂ ਆਪਣੀ ਮਾਂ ਬੋਲੀ 'ਚ ਅੱਜ ਗੱਲ ਰੱਖੀਏ। ਸੋ ਸਭ ਤੋਂ ਪਹਿਲਾਂ ਅਸੀਂ ਆਪਣਾ ਸਿਲੇਬਸ ਵੇਖਦੇ ਹਾਂ, ਰਾਈਟ। ਸਾਡਾ ਨਾ ਇੱਕ WhatsApp ਗਰੁੱਪ ਵੀ ਹੈ, ਟੈਲੀਗ੍ਰਾਮ ਗਰੁੱਪ ਵੀ ਹੈ, ਤੇ ਸਾਡੇ ਟੈਲੀਗ੍ਰਾਮ ਗਰੁੱਪ ਦਾ ਮੈਂ ਲਿੰਕ ਸ਼ੇਅਰ ਵੀ ਕਰਵਾ ਦਾਂਗਾ। ਐਂਡ ਜਿੱਦਾਂ ਹੀ ਤੁਹਾਨੂੰ ਇੱਥੇ ਲਿੰਕ ਮਿਲੇਗਾ, ਤੁਸੀਂ ਕੀ ਕਰਨਾ ਹੈ, ਤੁਸੀਂ ਉਸ ਲਿੰਕ ਨੂੰ ਜਾ ਕੇ ਟੈਲੀਗ੍ਰਾਮ ਜੁਆਇਨ ਕਰ ਲੈਣਾ। ਅਕਸ਼ਰ ਸਰ ਜੇ ਹੋਣ ਸਾਡੇ ਨਾਲ ਜਾਂ ਦਿਕਸ਼ਾਂਤ ਸਰ, ਤੇ ਰਿਕੁਐਸਟ ਹੈ ਕਿ ਆਪਣਾ ਮੇਨ ਜਿਹੜਾ ਹੈ ਨਾ
ਮੇਨ ਵਾਲਾ ਜਿਹੜਾ ਉਹ ਹੈਗਾ ਟੈਲੀਗ੍ਰਾਮ ਗਰੁੱਪ, ਉਹਦਾ ਲਿੰਕ ਸ਼ੇਅਰ ਕਰ ਦਿਓ। ਤੇ ਇਸ ਟੈਲੀਗ੍ਰਾਮ ਗਰੁੱਪ ਤੇ ਮੈਂ ਸਾਰਾ ਸਿਲੇਬਸ ਵਗੈਰਾ ਤੁਹਾਡੇ ਵਾਸਤੇ ਸਾਂਝਾ ਕਰ ਦਾਂਗਾ ਤਾਂ ਕਿ ਤੁਸੀਂ ਉੱਥੋਂ ਡਾਊਨਲੋਡ ਕਰ ਸਕੋ। ਤੇ ਬਾਕੀ ਜੋ ਵੀ ਤੁਹਾਨੂੰ ਮੈਂ ਦੱਸਾਂਗਾ ਚੀਜ਼ਾਂ, ਚਾਹੇ ਉਹ ਕਰੰਟ ਅਫੇਅਰ ਰਿਲੇਟਡ ਹੋਣ ਜਾਂ ਕੁਝ ਵੀ ਹੋਏ, ਹੁਣੀ ਮੇਰੀ ਟੀਮ ਦੇ ਮੈਂਬਰਸ ਜਿਹੜੇ ਆ ਉਹ ਇੱਥੇ ਸ਼ੇਅਰ ਕਰ ਦੇਣਗੇ ਟੈਲੀਗ੍ਰਾਮ ਗਰੁੱਪ ਦੇ ਵਿੱਚ। ਐਂਡ ਵਾਂਸ ਯੂ ਹੈਵ ਦੈਟ ਐਕਸੈਸ, ਤੁਸੀਂ ਉਸ ਗਰੁੱਪ ਨੂੰ ਜੁਆਇਨ ਕਰੋ, ਤੁਹਾਨੂੰ ਸਿਲੇਬਸ ਵੀ ਮਿਲ ਜੂਗਾ, ਤੁਹਾਨੂੰ ਕਰੰਟ ਅਫੇਅਰ ਦੇ ਨੋਟਸ ਵੀ ਮਿਲ ਜਾਣਗੇ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਉਹਦਾ ਵੀ ਲਿੰਕ ਪਵਾ ਦਿੰਦਾ ਮੈਂ ਹੁਣ ਇੱਥੇ। ਸੋ ਯੂ ਵਿਲ ਗੈਟ 2 ਲਿੰਕਸ, ਟੈਲੀਗ੍ਰਾਮ ਤੇ YouTube ਚੈਨਲ, ਇਹਨਾਂ ਨੂੰ ਜੁਆਇਨ ਕਰੋ। ਫ੍ਰੀ ਦੇ ਵਿੱਚ ਤੁਹਾਨੂੰ ਸਟੱਡੀ ਮਟੀਰੀਅਲ ਵੀ ਦੇਵਾਂਗੇ, ਤੁਹਾਨੂੰ ਫ੍ਰੀ ਦੇ ਵਿੱਚ ਕੁਝ ਆਬਜੈਕਟਿਵ ਤੇ ਸਬਜੈਕਟਿਵ ਕੁਐਸਚਨਸ ਵੀ ਦੇਵਾਂਗੇ ਤਾਂ ਕਿ ਤੁਸੀਂ ਆਪਣੀ ਪ੍ਰੈਕਟਿਸ ਸ਼ੁਰੂ ਕਰ ਦਿਓ। ਕੁਝ ਤੁਹਾਨੂੰ ਕਰੰਟ ਅਫੇਅਰ ਰਿਲੇਟਡ ਲੈਕਚਰਸ ਦੇਵਾਂਗੇ। ਦ ਟੀਮ ਹੈਜ਼ ਸ਼ੇਅਰਡ ਦ ਲਿੰਕਸ, ਡੂ ਜੁਆਇਨ ਇਟ ਐਂਡ ਵਾਂਸ ਯੂ ਜੁਆਇਨ ਇਟ you will get a lot of quality content absolutely free, ਕੋਈ ਚਾਰजेस ਨਹੀਂ ਹੋਣਗੇ। ਠੀਕ ਹੈ, ਸਭ ਤੋਂ ਪਹਿਲਾਂ ਤੁਸੀਂ ਸਿਲੇਬਸ ਵੇਖੋ। ਹੁਣ ਸਿਲੇਬਸ ਦੇਖੋ, ਨਾਲੇ ਪੈਟਰਨ ਆਫ ਐਗਜ਼ਾਮ ਦੇਖੋ। ਲੋਕੀ ਨਾ ਤਿਆਰੀ ਕਰਨ ਲੱਗਦੀ ਸ਼ੁਰੂ ਕਰ ਦਿੰਦੇ ਆ, ਜਿਹੜੇ ਲੋਕ ਆਈਏਐਸ ਦੀ ਤਿਆਰੀ ਕਰ ਰਹੇ ਆ ਨਾ, ਉਹ ਜੀਐਸ ਦੇ ਵਿੱਚ ਤਾਂ ਪਹਿਲੇ ਹੀ ਤੁਹਾਡੇ ਤੋਂ ਅੱਗੇ ਖੜੋਤੇ ਆ, ਬਹੁਤ ਹੀ ਅੱਗੇ ਖੜੇ ਆ ਤੁਹਾਡੇ ਤੋਂ। ਬਟ ਉਹਨਾਂ ਨੇ ਹਲੇ ਇੰਗਲਿਸ਼ ਤੇ ਪੰਜਾਬੀ ਦੀ ਤਿਆਰੀ ਉਸ ਢੰਗ ਨਾਲ ਨਹੀਂ ਕੀਤੀ ਹੁੰਦੀ, ਇਸ ਲਈ ਉਹਨਾਂ ਨੂੰ ਵੀ ਬਹੁਤ ਐਫਰਟ ਲਾਣਾ ਹੈ। ਤੁਸੀਂ ਇਸ ਚੀਜ਼ ਨੂੰ ਧਿਆਨ ਰੱਖਣਾ ਕਿ ਪੰਜਾਬੀ ਤੇ ਇੰਗਲਿਸ਼ ਦੇ ਉੱਪਰ ਵੀ ਪੂਰਾ ਜ਼ੋਰ ਲਾਣਾ ਹੈ, ਪੂਰਾ ਜ਼ੋਰ ਲਾਣਾ ਹੈ। ਰਾਈਟ, ਮੁਹਾਵਰੇ, ਅਖਾਣ, ਲੋਕੋਕਤੀਆਂ, ਜਿਹੜੀ ਗ੍ਰਾਮਰ ਦੇ ਬਾਕੀ ਵਿਆਕਰਣ ਦੇ ਜਿਹੜੇ ਆਣੇ ਆ ਸਾਰੇ ਕੁਐਸਚਨਸ, ਉਹ ਚੰਗੀ ਤਰ੍ਹਾਂ ਤੁਸੀਂ ਹੁਣੀ ਤੋਂ ਤਿਆਰ ਕਰਨੇ ਸ਼ੁਰੂ ਕਰ ਦਿਓ ਬਿਫੋਰ ਦੇਰ ਇਜ਼ ਅ ਨੋਟੀਫਿਕੇਸ਼ਨ। ਹੋਣਾ ਤਾਂ ਇਹ ਚਾਹੀਦਾ ਯਾਰ, ਨੋਟੀਫਿਕੇਸ਼ਨ ਆਉਣ ਤੋਂ ਪਹਿਲੇ ਸਿਲੇਬਸ ਹੀ ਮੁਕਾਤਾ, ਬਿਲਕੁਲ ਕੰਪਲੀਟ, ਸਾਰੀ ਕੰਪਲੀਟ ਕਰਤੀ ਹੈ ਚੀਜ਼ਾਂ, ਸਾਰੇ ਨਗ ਪੂਰੇ ਹੈ। ਆਉਣ ਦੋ ਨੋਟੀਫਿਕੇਸ਼ਨ, ਉਸ ਦਿਨ ਆਪਾਂ ਤਿਆਰ ਖੜੋਤੇ ਹਾਂ ਲੜਾਈ ਕਰਨ ਵਾਸਤੇ ਤੇ ਜਿੱਤਣ ਵਾਸਤੇ। ਜੇ ਉਸ ਦਿਨ ਤਿਆਰੀ ਸ਼ੁਰੂ ਕਰਾਂਗੇ, ਜਿੱਤਣਾ ਤਾਂ ਕੀ ਹੈ ਯਾਰ ਫਿਰ। ਆਈ ਹੋਪ ਯੂ ਆਲ ਅੰਡਰਸਟੈਂਡ ਐਂਡ ਐਗਰੀ ਟੂ ਦਿਸ ਫੈਕਟ। ਤੇ ਪਹਿਲੇ ਦੇਖੋ ਸਿਲੇਬਸ ਦੇਖੋ, ਪੈਟਰਨ ਦੇਖੋ ਐਗਜ਼ਾਮ ਦਾ। ਔਰ ਹੁਣ ਨਾ ਸਿਲੇਬਸ ਨੂੰ ਦੇਖਦੇ ਹੋਏ ਨਾ ਤੁਹਾਨੂੰ ਅੱਜ ਇੱਕ ਗੱਲ ਸਿਖਾਉਂਦਾ ਮੈਂ ਛੋਟੀ ਜੀ, ਜਿਹੜੀ ਬੜੀ ਇੰਪੋਰਟੈਂਟ ਹੈ। ਐਂਡ ਮੋਸਟ ਆਫ ਦਾ ਟਾਈਮਸ ਮੋਸਟ ਆਫ ਅਸ ਵੀ ਫੋਰਗੇਟ ਟੂ ਅੰਡਰਸਟੈਂਡ ਦ ਲੌਜਿਕਸ ਆਫ ਦਾ ਸਿਲੇਬਸ। ਦੇਖੋ ਜਿੱਦਾਂ ਨਾ ਪ੍ਰੀ ਦੇ ਵਿੱਚ ਜਨਰਲ ਸਟੱਡੀਜ਼ ਪੇਪਰ 1 ਜਿਹੜਾ ਹੈਗਾ, ਇਹਦੇ ਉਹਨੇ ਕਹਿਤਾ ਜੀ ਐਵਰੀਡੇ ਸਾਇੰਸ ਤੁਸੀਂ ਪੜ੍ਹਨੀ ਹੈ, ਸਟੇਟਸ ਆਫ ਮੈਟਰ ਪੜ੍ਹ ਲਓ, ਸਟਰਕਚਰ ਆਫ ਐਟਮ ਪੜ੍ਹ ਲਓ, ਵਰਸੇਟਾਈਲ ਨੇਚਰ ਆਫ ਕਾਰਬਨ ਪੜ੍ਹ ਲਓ, ਐਸਿਡਸ ਐਂਡ ਬੇਸ, ਸਾਲਟਸ, ਕੋਰੀਜ਼ਨ ਇਨ ਮੈਟਲਸ, ਐਕਸ਼ਨ ਆਫ ਸੋਪਸ, ਆ ਪੜ੍ਹ ਲਓ। ਆ ਸਾਰਾ ਤਾਂ ਐਨਸੀਈਆਰਟੀ ਦੇ ਬੇਸਡ ਹੀ ਹੈ ਨਾ। ਹੁਣ ਕਿਆ ਅਸੀਂ ਐਨਸੀਈਆਰਟੀਜ਼ ਪੜ੍ਹੀਆਂ ਹੋਈਆਂ ਜਾਂ ਨਹੀਂ ਪੜ੍ਹੀਆਂ ਹੋਈਆਂ? ਜੇ ਅਸੀਂ ਐਨਸੀਈਆਰਟੀ ਨੂੰ ਅੱਜ ਤੱਕ ਛੇੜਿਆ ਹੀ ਨਹੀਂ ਹੈ ਤੇ ਸਰ ਸਾਡਾ ਬੇਸ ਹੀ ਬਹੁਤ ਵੀਕ ਹੈ ਨਾ। ਸਕੂਲ ਟਾਈਮ ਅਸੀਂ ਉੱਦਾਂ ਹੀ ਨਹੀਂ ਪੜ੍ਹਦੇ ਸੀ ਐਨਸੀਈਆਰਟੀ ਦੀ ਕਿਤਾਬਾਂ, ਸਾਨੂੰ ਸਕੂਲ ਨੇ ਗਾਈਡ ਤੇ ਪਾਇਆ ਹੋਇਆ ਸੀਗਾ, ਐਨਸੀਈਆਰਟੀ ਵੱਲ ਅਸੀਂ ਤੱਕਿਆ ਤੱਕ ਨਹੀਂ ਚੰਗੀ ਤਰੀਕੇ ਨਾਲ। ਹੁਣ ਡਾਇਰੈਕਟ ਕੁਐਸਚਨ ਐਜ਼ ਇਟ ਇਜ਼ ਐਨਸੀਈਆਰਟੀ ਚੋਂ ਬਣ ਕੇ ਆਣੇ ਹੈ, ਔਰ ਈਜ਼ੀ ਤੋਂ ਈਜ਼ੀ ਕੁਐਸਚਨ ਵੀ ਸਾਡੇ ਵਾਸਤੇ ਟਫ ਬਣ ਜਾਣਾ ਹੈ। ਤੇ ਥੋੜਾ ਟਾਈਮ ਆਪਣਾ ਐਨਸੀਈਆਰਟੀ ਤੇ ਲਾ ਲਓ, ਥੋੜਾ ਜ਼ੋਰ ਮਾਰੋਗੇ, ਫॉर श्योर ਐਨਸੀਈਆਰਟੀ ਤਾਂ ਤੁਸੀਂ ਅੱਛੇ ਢੰਗ ਨਾਲ ਆਪ ਵੀ ਕਰ ਲੋਗੇ। ਜੇ ਲੱਗਦਾ ਯਾਰ ਔਖਾ ਹੈ, ਸੋ ਯੂ ਕੈਨ ਟੇਕ ਸਮਵਨਸ ਹੈਲਪ, ਯੂ ਕੈਨ ਟੇਕ ਸਮਵੇਅਰ ਅ ਕਲਾਸ ਆਫ ਐਨਸੀਈਆਰਟੀ ਔਰ ਸਮਥਿੰਗ। ਬਟ ਇਫ ਯੂ ਥਿੰਕ ਕਿ ਤੁਸੀਂ ਕਰਨਾ ਹੀ ਸੈਲਫ ਸਟੱਡੀ ਨਾਲ ਹੈ, ਯੂ ਆਰ ਸੈਲਫ ਸਫੀਸ਼ੀਐਂਟ ਐਂਡ ਯੂ ਵਾਂਟ ਟੂ ਕੰਪਲੀਟ ਇਟ ਥਰੂ ਸੈਲਫ ਸਟੱਡੀ, ਇਫ ਯੂ ਹੈਵ ਮੇਡ ਅਪ ਯੂਰ ਮਾਈਂਡ ਕਿ ਨਹੀਂ ਯਾਰ ਆਪਾਂ ਨਾ ਬਸ ਅਫਸਰ ਬਣਨਾ ਹੈ, ਟਾਈਮ ਲਾਣਾ ਹੈ ਪਰ ਪੈਸਾ ਨਹੀਂ ਲਾਣਾ ਤਿਆਰੀ ਦੇ ਉੱਪਰ, ਕਿਉਂਕਿ ਪਤਾ ਨਹੀਂ ਹੁੰਦਾ ਵੀ ਬਣਨਾ ਕਿ ਨਹੀਂ ਬਣਨਾ। ਇਫ ਦੈਟ ਇਜ਼ ਦ ਮੈਂਟਲ ਬਲੌਕ, ਕੋਈ ਚੱਕਰ ਨਹੀਂ ਹੈ, ਸੈਲਫ ਸਟੱਡੀ ਨਾਲ ਕਰੋ। ਐਂਡ ਐਸਾ ਤਾਂ ਹੈ ਨਹੀਂ ਕਿ ਸੈਲਫ ਸਟੱਡੀ ਨਾਲ ਲੋਕ ਨਹੀਂ ਬਣਦੇ, ਬਥੇਰੇ ਲੋਕ ਬਣਦੇ ਆ ਸੈਲਫ ਸਟੱਡੀ ਦੇ ਥਰੂ ਵੀ। ਹਾਂ, ਥੋੜਾ ਟਾਈਮ ਜ਼ਿਆਦਾ ਲੱਗਦਾ ਹੈ, ਥੋੜਾ ਐਫਰਟ ਜ਼ਿਆਦਾ ਲੱਗਦਾ ਹੈ ਨਾ, ਥੋੜੀ ਕਨਵੀਨੀਅੰਸ ਘੱਟ ਹੋ ਜਾਂਦੀ ਹੈ। ਓਬਵੀਅਸਲੀ ਵੈਨ ਵੀ ਪੇ ਮਨੀ ਫॉर ਸਮਥਿੰਗ, ਜੇ ਅਸੀਂ ਕਿਤੇ ਕੁਝ ਪੈਸਾ ਲਾਉਂਦੇ ਹਾਂ ਤੇ ਅਸੀਂ ਆਪਣੀ ਕਨਵੀਨੀਅੰਸ ਲਈ ਉਹ ਲਾਉਂਦੇ ਹਾਂ, ਹੋਰ ਕਿਸੇ ਚੀਜ਼ ਲਈ ਪੈਸਾ ਨਹੀਂ ਹੁੰਦਾ, ਰਾਈਟ। ਬਟ ਇਫ ਯੂ ਡੂ ਨਾਟ ਵਾਂਟ ਟੂ ਇਨਵੈਸਟ ਇਨ ਯੂਰ ਫਿਊਚਰ, ਯੂ ਕੈਨ ਇਨਵੈਸਟ ਯੂਰ ਟਾਈਮ ਇਫ ਯੂ ਡੂ ਨਾਟ ਵਾਂਟ ਟੂ ਇਨਵੈਸਟ ਮਨੀ, ਹੈ ਨਾ। ਉਹਨਾਂ ਜ਼ਿਆਦਾ ਸਮਾਂ ਲਾ ਦਿਓ ਫਿਰ। तो ऐसा नहीं है कि सैल्फ स्टडी के नाल पेपर क्लीयर नहीं होंदा, जरूर होंदा है, पक्का होंदा है, राइट। और मैं ये ठोक के कह रहा, गढ़ के कह रहा इत्थे खड़ो के तुहाडे सामने कि सैल्फ स्टडी नाल भी पेपर क्लीयर होंदा है और बहुत सारे लोगों का होंदा है। बट हाँ, ये भी गल सच्ची है, दो चीज़ां होंदियां जिथे बंदा सैल्फ स्टडी करता है। एक बई उहदा एफर्ट टाइम तो ज़्यादा लगता है, दो ਉਹ ਨਾ ਇੱਕ ਸੱਚੀ ਗੱਲ ਦੱਸਣੀ ਲੋਕਾਂ ਨੇ ਨਾ ਸ਼ਾਇਦ ਛੱਡਤੀ ਹੋਈ ਹੈ, ਜਿਹੜੇ ਸੈਲਫ ਸਟੱਡੀ ਕਲੇਮ ਕਰਦੇ ਆ ਬਈ ਉਹਨਾਂ ਦੇ ਘਰ ਟੱਬਰ 'ਚ ਕੋਈ ਪਰਿਵਾਰ 'ਚ ਕੋਈ ਨੇੜੇ ਦਾ ਬੰਦਾ, ਕੋਈ ਯਾਰ ਦੋਸਤ, ਕੋਈ ਖਾਸ ਬੰਦਾ ਉਹਨੇ ਨਾ ਤਿਆਰੀ ਕੀਤੀ ਹੁੰਦੀ ਹੈ, ਪੇਪਰ ਕੱਢਿਆ ਹੁੰਦਾ, ਅਫਸਰ ਲੱਗਿਆ ਹੁੰਦਾ, ਉਹ ਉਹਨਾਂ ਨੂੰ ਕੁਝ ਖਾਸ ਟਿਪਸ ਜ਼ਰੂਰ ਦੇ ਦਿੰਦਾ। ਉਸ ਚੀਜ਼ ਦਾ ਨਾ ਬਹੁਤ ਫਾਇਦਾ ਹੁੰਦਾ। ਤੇ ਜੇ ਤੁਹਾਡੇ ਆਲੇ ਦੁਆਲੇ ਕੋਈ ਹੈ ਜਿਹਨੇ ਪੇਪਰ ਕੱਢਿਆ ਹੋਇਆ ਆਲਰੇਡੀ, ਰਾਈਟ, ਜਿਹੜਾ ਤੁਹਾਡੇ ਨਾਲ ਵਫਾਦਾਰੀ ਕਰ ਸਕਦਾ, ਜਿਹੜਾ ਤੁਹਾਨੂੰ ਟਾਈਮ ਦੇ ਸਕਦਾ, ਜਿਹੜਾ ਤੁਹਾਨੂੰ ਗਾਈਡ ਕਰ ਸਕਦਾ, ਭਾਈ ਫਿਰ ਤਾਂ ਸੈਲਫ ਸਟੱਡੀ ਜਿਹੀ ਕੋਈ ਚੀਜ਼ ਹੀ ਨਹੀਂ ਹੈ, ਇਹਦੀ ਕੋਈ ਰੀਸ ਹੀ ਨਹੀਂ ਹੈ। ਐਟ ਦਾ ਐਂਡ ਆਫ ਦਾ ਡੇ ਜੇ ਤੁਸੀਂ ਕਿਤੇ ਕੋਚਿੰਗ ਛੱਡੋ ਯਾਰ, ਤੁਸੀਂ ਮੇਰੇ ਕੋਲ ਹੀ ਕੋਚਿੰਗ ਲੈ ਲਓ, ਹੈ ਨਾ। ਜੇ ਤੁਸੀਂ ਮੇਰੇ ਕੋਲ ਪੜ੍ਹ ਕੇ ਚਲੇ ਗਏ, ਮੇਰੀ ਕਲਾਸ ਦੇ ਵਿੱਚ ਤਾਂ 200 ਬੱਚਾ ਵੀ ਪੜ੍ਹਦਾ ਤੇ 500 ਵੀ ਪੜ੍ਹ ਲੈਂਦਾ, ਫਿਰ ਸਾਰੇ IAS PCS ਕਿਉਂ ਨਹੀਂ ਬਣਦੇ, ਰਾਈਟ। ਉੱਥੇ ਵੀ ਸੈਲਫ ਸਟੱਡੀ ਹੈ। ਮੇਰੇ ਕੋਲ ਪੜ੍ਹਨ ਤੋਂ ਬਾਅਦ, ਕਿਸੇ ਕੋਲ ਵੀ ਪੜ੍ਹਨ ਤੋਂ ਬਾਅਦ, ਫॉर दैट मैटर ABCD ਕਿੱਥੇ ਵੀ ਚਲੇ ਜਾਓ, ਕੋਈ ਤੁਹਾਡੀ ਸਕਸੈਸ ਗਰੰਟੀ ਨਹੀਂ ਕਰ ਸਕਦਾ, ਕੋਈ ਵੀ ਨਹੀਂ ਕਰ ਸਕਦਾ। ਜਿੰਨਾ ਮਰਜ਼ੀ ਅਸੀਂ ਕਹਿ ਦਈਏ ਗਰੰਟਿਡ ਸਕਸੈਸ ਹੈ, ਗਰੰਟਿਡ ਸਕਸੈਸ ਹੈ, ਬਾਈ ਜੇ ਗਰੰਟੀ ਹੈ ਤਾਂ ਉਹਨੂੰ ਕਹੇ ਫਿਰ ਲਿਖ ਕੇ ਦੇ ਦੇ ਕਿ ਜੇ ਨਹੀਂ ਬਣਿਆ ਤੇ ਤੂੰ ਲਵਾ ਕੇ ਦੇਂਗਾ, ਫਿਰ ਮੇਰੇ ਸਿਰਫ ਪੈਸੇ ਨਹੀਂ ਮੋੜਨੇ। ਜੇ ਲਵਾ ਸਕਦਾ ਫਿਰ ਲਵਾ ਕੇ ਦਿਖਾ, ਗਰੰਟੀ ਇਸ ਚੀਜ਼ ਦੀ ਹੈ, ਤੇ ਕੋਈ ਨਹੀਂ ਲਵਾ ਸਕਦਾ, ਠੀਕ ਹੈ।
ਉੱਥੇ ਵੀ ਸੈਲਫ ਸਟੱਡੀ ਨੇ ਕੰਮ ਕਰਨਾ ਹੈ। ਤੁਸੀਂ ਆਪਣੀ ਮਿਹਨਤ ਸਦਕਾ ਹੀ ਅਫਸਰ ਬਣਨਾ ਹੈ। ਅਸੀਂ ਤਾਂ ਸਿਰਫ ਟਾਰਚ ਬੇਰਰ ਤੁਹਾਨੂੰ ਰਸਤਾ ਦਿਖਾ ਦਾਂਗੇ ਵੀ ਇੱਥੋਂ ਨਿਕਲ ਜਾਓ, ਸ਼ਾਰਟਕਟ ਹੈ, ਇੱਥੋਂ ਨਿਕਲ ਜਾਓ, ਥੋੜਾ ਜਿਹਾ ਆਸਾਨ ਰਸਤਾ ਹੈ, ਬਸ ਦੈਟ ਇਜ਼ ਇਟ। ਹੋਰ ਅਸੀਂ ਕੁਝ ਨਹੀਂ ਕਰਨਾ ਹੁੰਦਾ, ਠੀਕ ਹੈ। ਸੋ ਇੱਕ ਵਾਰੀ ਚੰਗੀ ਤਰ੍ਹਾਂ ਸਿਲੇਬਸ ਦੇਖੋ, ਐਨਸੀਈਆਰਟੀ ਨੂੰ ਪੜ੍ਹੋ। ਅਗਲਾ ਟੌਪਿਕ ਦੇਖਦੇ ਹਾਂ, ਲਾਈਫ ਔਨ ਅਰਥ, ਐਵੋਲੂਸ਼ਨ, ਮੈਰੀਨ, ਟਰੈਸ਼ੀਅਲ ਲਾਈਫ, ਹਿਊਮਨ ਬੋਡੀ ਐਂਡ ਲਾਈਫ ਪ੍ਰੋਸੈਸਿਸ, ਨਿਊਟ੍ਰੀਸ਼ਨ, ਡਿਜ਼ੀਜ਼, ਇਟਸ ਕਾਜ਼ਿਜ਼ ਐਂਡ ਪ੍ਰੀਵੈਂਸ਼ਨ, ਇਨਫੈਕਸ਼ੀਅਸ ਡਿਜ਼ੀਜ਼ਿਸ, ਲਾਈਫਸਟਾਈਲ ਡਿਜ਼ੀਜ਼ਿਸ। ਇਹ ਵੀ ਤਾਂ ਸਾਰਾ ਐਨਸੀਈਆਰਟੀ ਬੇਸਡ ਹੀ ਹੈ ਯਾਰ। ਹੁਣ ਇੱਥੇ ਆ ਕੇ ਨਾ ਜਦੋਂ ਅਸੀਂ ਪਹੁੰਚੇ ਹਾਂ, ਇੱਥੇ ਐਨਸੀਈਆਰਟੀ ਦੇ ਨਾਲ ਕਰੰਟ ਅਫੇਅਰਸ ਦਾ ਇਸ਼ੂ ਵੀ ਆ ਜਾਂਦਾ ਹੈ। ਫੋਰ ਐਗਜ਼ਾਮਪਲ ਡਿਜ਼ੀਜ਼ਿਸ, ਹੁਣ ਆ ਕੋਵਿਡ ਥੋੜਾ ਐਨਸੀਈਆਰਟੀ ਦੱਸਿਆ ਸੀਗਾ, ਕਰੋਨਾ ਵਾਇਰਸ, ਪਰ ਹੁਣ ਇਹਦੇ ਉੱਪਰ ਵੀ ਕੁਐਸਚਨ ਆਣਗੇ, ਇਹਦੇ ਸਟ੍ਰੇਨਸ ਦੇ ਉੱਪਰ ਵੀ ਕੁਐਸਚਨ ਆ ਸਕਦੇ हैं। ਸੋ ਵੀ ਹੈਵ ਟੂ ਅੰਡਰਸਟੈਂਡ ਕਿਹੜੀ ਚੀਜ਼ ਵਾਸਤੇ ਅਸੀਂ ਸਿਰਫ ਐਨਸੀਈਆਰਟੀ ਤੇ ਰਿਲਾਈ ਕਰਨਾ ਹੈ, ਕਿਹੜੀ ਚੀਜ਼ ਵਾਸਤੇ ਸਾਨੂੰ ਬਿਯੋਂਡ ਐਨਸੀਈਆਰਟੀ ਕੋਈ ਐਡਵਾਂਸ ਬੁੱਕਸ ਤੇ ਰਿਲਾਈ ਕਰਨਾ ਹੈ, ਤੇ ਕਿਹੜੀ ਚੀਜ਼ ਵਾਸਤੇ ਸਾਨੂੰ ਹਰ ਜਗ੍ਹਾ ਤੋਂ ਨਿਊਜ਼ ਇਕੱਠੀਆਂ ਕਰਨੀਆਂ ਹੈ, ਚਾਹੇ ਉਹ ਐਨਸੀਈਆਰਟੀ ਦੇ ਟੌਪਿਕਸ ਹੈ, ਚਾਹੇ ਉਹ ਐਡਵਾਂਸ ਬੁੱਕਸ ਦੇ ਟੌਪਿਕ ਹੈ। ਹੁਣ ਗੱਲ ਆਉਂਦੀ ਹੈ ਨਿਊਜ਼ ਕਿੱਥੋਂ ਇਕੱਠੀ ਕਰਨੀ ਹੈ। ਪੀਪੀਐਸਸੀ ਕਹਿੰਦੀ ਹੈ ਜੀ ਨੈਸ਼ਨਲ ਇੰਟਰਨੈਸ਼ਨਲ ਸਾਰੀ ਨਿਊਜ਼ ਹੋਏ ਤੁਹਾਡੇ ਕੋਲ, ਰਾਈਟ। ਦੈਟ ਮੀਨਸ ਕਿ ਕੋਈ ਲੋਕਲ ਅਖਬਾਰ ਕੱਲੀ ਪੜ੍ਹ ਕੇ ਤਾਂ ਕੰਮ ਨਹੀਂ ਚੱਲਣਾ। ਯੂ ਹੈਵ ਟੂ ਬੀ ਐਟ ਪਾਰ ਵਿਦ ਦੋਜ਼ ਹੂ ਆਰ ਪ੍ਰੀਪੇਅਰਿੰਗ ਫॉर ਆਈਏਐਸ। तो ਉਹਦੇ ਲਈ ਕੀ ਕਰਨਾ ਪਏਗਾ, ਹਿੰਦੂ ਜਿਹਾ ਅਖਬਾਰ ਪੜ੍ਹਨਾ ਪਊਗਾ। ਹੁਣ ਜੇ ਸਾਡੀ ਲੈਂਗੁਏਜ ਦੀ ਕੋਈ ਪ੍ਰੋਬਲਮ ਹੈ, ਰਾਈਟ, ਸਾਨੂੰ ਚਾਹੀਦੇ ਹੈ ਕਰੰਟ ਅਫੇਅਰਸ, ਉਹ ਵੀ ਆਪਣੀ ਮਾਂ ਬੋਲੀ ਵਿੱਚ। ਉਹਦੇ ਵਾਸਤੇ ਫਿਰ ਥੋੜਾ ਜਿਹਾ ਜਾਂ ਤਾਂ ਤੁਹਾਨੂੰ ਆਪ ਐਫਰਟ ਕਰਨਾ ਪੈਣਾ ਜਾਂ ਕਿਸੇ ਦੀ ਹੈਲਪ ਲੈਣੀ ਪੈਣੀ ਹੈ, ਬਟ ਤੁਹਾਨੂੰ ਅਖਬਾਰ ਇੱਕ ਨੈਸ਼ਨਲ ਲੈਵਲ ਦੀ ਤੇ ਇੱਕ ਲੋਕਲ ਲੈਵਲ ਦੀ ਪੜ੍ਹਨੀ ਪੈਣੀ ਹੈ। ਮੈਂ ਕਈ ਵਾਰ ਬੱਚਿਆਂ ਨੂੰ ਦੱਸਦਾ, ਸਮਝਾਉਂਦਾ ਕਿ ਯਾਰ ਪੰਜਾਬ ਪੀਸੀਐਸ ਦੀ ਤਿਆਰੀ ਆਈਏਐਸ ਦੀ ਤਿਆਰੀ ਨਾਲੋਂ ਕਿਤੇ ਸੌਖੀ ਨਹੀਂ ਹੈ, ਉਹ ਆਸਾਨ ਨਹੀਂ ਹੈ, ਰਾਦਰ ਜ਼ਿਆਦਾ ਮੁਸ਼ਕਲ ਹੈ। ਕਿਉਂ? ਜੇ ਮੈਂ ਆਈਏਐਸ ਦੀ ਤਿਆਰੀ ਕਰ ਰਿਹਾ, ਮੈਂ ਇੰਡੀਅਨ ਹਿਸਟਰੀ ਤੇ ਵਰਲਡ ਹਿਸਟਰੀ ਪੜ੍ਹਨੀ ਹੈ, ਉਹ ਮੈਂ ਪੰਜਾਬ ਵਿੱਚ ਵੀ ਪੜ੍ਹਨੀ ਹੈ। ਬਟ ਮੈਂ ਜੇ ਆਈਏਐਸ ਦੀ ਤਿਆਰੀ ਕਰ ਰਿਹਾ ਤੇ ਮੈਂ ਪੰਜਾਬ ਦੀ ਸਪੈਸੀਫਿਕ ਹਿਸਟਰੀ ਨਹੀਂ ਪੜ੍ਹਨੀ, ਫਿਰ ਘੱਲੂ ਘਾਰਿਆਂ ਤੇ ਨਹੀਂ ਮੈਨੂੰ ਕੁਐਸਚਨ ਪੁੱਛੇ ਜਾਣੇ, ਰਾਈਟ। ਬਟ ਇੱਥੇ ਪੰਜਾਬ ਪੀਸੀਐਸ ਮੈਂ ਇੰਡੀਅਨ ਹਿਸਟਰੀ ਵੀ ਸਾਰੀ ਪੜਾਂਗਾ, ਮੈਂ ਵਰਲਡ ਹਿਸਟਰੀ ਵੀ ਪੜਾਂਗਾ, ਨਾਲ ਮੈਨੂੰ ਪੰਜਾਬ ਦੀ ਵੀ ਪੜ੍ਹਨੀ ਪੈਣੀ ਹੈ। ਆਈਏਐਸ ਦੇ ਪੇਪਰ 'ਚ ਮੈਂ ਜੇ ਜੋਗਰਾਫੀ ਪੜ੍ਹਨਾ, ਮੈਂ ਇੰਡੀਆ ਐਂਡ ਵਰਲਡ ਜੋਗਰਾਫੀ ਪੜ੍ਹਨਾ, ਉੱਤੇ ਸਪੈਸੀਫਿਕਲੀ ਮੈਂ ਪੰਜਾਬ ਦੀ ਜੋਗਰਾਫੀ ਨਹੀਂ ਪੜ੍ਹਦਾ ਕਿ ਦੁਆਬੇ ਦੀਆਂ ਖਾਸ ਗੱਲਾਂ ਕੀ ਆ, ਮਾਝੇ ਦੀਆਂ ਕੀ ਆ ਤੇ ਮਾਲਵੇ ਦੀਆਂ ਕੀ ਆ, ਉੱਥੇ ਮੈਂ ਇਹ ਨਹੀਂ ਪੜ੍ਹਦਾ। ਬਟ ਪੰਜਾਬ ਪੀਸੀਐਸ 'ਚ ਮੈਨੂੰ ਵਰਲਡ ਜੋਗਰਾਫੀ ਵੀ ਕਰਨੀ ਹੈ, ਇੰਡੀਅਨ ਜੋਗਰਾਫੀ ਵੀ ਕਰਨੀ ਹੈ, ਤੇ ਨਾਲ ਹੁਣ ਪੰਜਾਬ ਦੀ ਜੋਗਰਾਫੀ ਵੀ ਕਰਨੀ ਹੈ, ਰਾਈਟ। ਸੋ ਇੱਥੇ ਸਿਲੇਬਸ ਥੋੜਾ ਵੱਧ ਜਾਂਦਾ ਹੈ, ਘਟਦਾ ਨਹੀਂ ਹੈ। ਲੋਕਾਂ ਨੂੰ ਇਹ ਵਹਿਮ ਹੈ ਕਿ ਪੀਸੀਐਸ ਦੀ ਤਿਆਰੀ ਦਾ ਮਤਲਬ ਹੈ ਘੱਟ ਸਿਲੇਬਸ, ਆਸਾਨ ਪੇਪਰ। ਇਸ ਵਾਰ ਪਿਛਲੀ ਵਾਰ ਦਾ ਪੇਪਰ ਤੁਸੀਂ ਆਪਣੇ ਵੇਖਿਆ ਹੋਣਾ, ਜੇ ਨਹੀਂ ਵੇਖਿਆ ਤੇ ਵੇਖਣਾ ਜ਼ਰੂਰ ਜਾ ਕੇ ਇੱਕ ਵਾਰ, ਦੈਨ ਯੂ ਵਿਲ ਰਿਅਲਾਈਜ਼ ਯਾਰ ਇਹ ਤਾਂ ਆਈਏਐਸ ਦੇ ਪੇਪਰ ਨਾਲੋਂ ਵੀ ਕਿੱਥੇ ਟਫ ਪੇਪਰ ਆਇਆ, ਰਾਈਟ। ਜੇ ਅਸੀਂ ਆਪਣੇ ਆਈਏਐਸ ਵਾਲਾ ਮਟੀਰੀਅਲ ਆਪਣੇ ਸਟੂਡੈਂਟਸ ਨਾਲ ਸ਼ੇਅਰ ਨਾ ਕੀਤਾ ਹੁੰਦਾ ਤੇ ਬਈ ਕਿਸੇ ਦਾ ਰਿਜ਼ਲਟ ਨਹੀਂ ਆਣਾ ਸੀਗਾ, ਕਿਸੇ ਦਾ ਵੀ ਰਿਜ਼ਲਟ ਨਹੀਂ ਆਣਾ ਸੀਗਾ। ਇਹ ਤਾਂ ਲੱਕੀਲੀ ਅਸੀਂ ਆਪਣਾ ਸਟੂਡੈਂਟਸ ਦੇ ਨਾਲ ਆਈਏਐਸ ਵਾਲਾ ਸਿਲੇਬਸ ਵੀ ਸ਼ੇਅਰ ਕਰਤਾ ਸੀ ਪੰਜਾਬ ਪੀਸੀਐਸ ਦੇ ਬੈਚ ਦੇ ਵਿੱਚ, ਜਿਹਦੇ ਕਰਕੇ ਸਾਡੇ ਵਾਸਤੇ ਥੋੜਾ ਜਿਹਾ ਈਜ਼ੀ ਹੋ ਗਿਆ ਕਿ ਅਸੀਂ ਵੀ ਥੋੜਾ ਬੈਟਰ ਰਿਜ਼ਲਟ ਲੈ ਸਕੇ। ਓਕੇ, ਤੇ ਮੈਂ ਹਲੇ ਥੋੜੀ ਦੇਰ ਲਈ ਨਾ ਆ ਚੈਟ ਡਿਸੇਬਲ ਕਰ ਰਿਹਾ ਐਂਡ ਦੈਨ ਵੀ ਵਿਲ ਸਟਾਰਟ ਵਿਦ ਦਿਸ ਥਿੰਗ ਅਗੇਨ, ਠੀਕ ਹੈ। ਸੋ ਵਾਟ ਆਈ ਵਾਸ ਟਰਾਈਂਗ ਟੂ ਟੈਲ ਯੂ ਕਿ ਪਿਛਲੇ 3 ਸਾਲਾਂ ਵਿੱਚ ਜਦੋਂ ਵੀ ਮਤਲਬ 3 ਵਾਰ ਜਦੋਂ ਪੀਸੀਐਸ ਦਾ ਐਗਜ਼ਾਮ ਹੋਇਆ, ਹਾਊ ਕੁਡ ਵੀ ਸਕੋਰ ਮੋਰ ਦੈਨ 40% ਸਕਸੈਸ ਰੇਟ। ਵੀ ਹੈਡ ਰੈਂਕ 1 ਉਪਿੰਦਰ, ਤੁਸੀਂ ਇਹਨਾਂ ਦਾ ਇੰਟਰਵਿਊ ਦੇਖਣਾ ਸਾਡੇ YouTube ਚੈਨਲ ਤੇ ਪਿਆ। ਸ਼ੀ ਵਾਸ ਅ ਕਲਾਸਰੂਮ ਸਟੂਡੈਂਟ ਵਿਦ ਅਸ, she gave test series at many places, but through and through her preparation she was 100% associated with Raj Malhotra IAS, right? She is not just a test series student or only an interview student, she's our classroom student and you can even go and ask her, fine। So ਅਸੀਂ ਨਾ ਆਪਣੇ ਪੀਸੀਐਸ ਦੇ ਬੱਚਿਆਂ ਨਾਲ ਵੀ ਨਾ ਬਹੁਤ ਸਾਰਾ ਆਪਣਾ ਆਈਏਐਸ ਦਾ ਜਿਹੜਾ ਕੰਟੈਂਟ ਹੈ ਉਹ ਜ਼ਰੂਰ ਸ਼ੇਅਰ ਕਰਦੇ ਸੀ, ਸੋ ਦੈਟ ਬੱਚੇ ਤਿਆਰੀ ਵਧੀਆ ਢੰਗ ਨਾਲ ਕਰ ਸਕਣ। ਇਸੇ ਲਈ ਜਦੋਂ ਪਿਛਲੀ ਵਾਰ ਪੀਸੀਐਸ ਦਾ ਟਫੈਸਟ ਐਵਰ ਪ੍ਰੀਲੀਅਮ ਪੇਪਰ ਆਇਆ, ਟਫੈਸਟ ਐਵਰ, ਐਂਡ ਬੇਅਰ ਮਿਨੀਮਮ ਟਾਈਮ ਮਿਲਿਆ ਪ੍ਰੀ ਤੋਂ ਬਾਅਦ ਮੇਨਸ ਦਾ, ਤਾਂ ਵੀ ਸਾਡੇ ਸਟੂਡੈਂਟ ਵਧੀਆ ਪਰਫਾਰਮ ਕਰ ਪਾਏ, ਰਾਈਟ। ਨਾਓ ਹੈਵਿੰਗ ਸੈਡ ਦਿਸ, I will once again tell you a very important basic fact. Now what is that basic fact? ਸਭ ਤੋਂ ਪਹਿਲਾਂ ਸਿਲੇਬਸ ਦੇਖਣਾ ਹੈ, ਸੋਰਸਿਸ ਆਇਡੈਂਟੀਫਾਈ ਕਰਨੇ ਹੈ। ਸੋਰਸਿਸ ਆਇਡੈਂਟੀਫਾਈ ਕਰਨ ਦੇ ਨਾਲ ਨਾਲ ਇਹ ਵੀ ਆਇਡੈਂਟੀਫਾਈ ਕਰਨਾ ਕਿਹੜੇ ਟੌਪਿਕ ਦੇ ਵਿੱਚ ਕਰੰਟ ਅਫੇਅਰਸ ਦੀ ਲੋੜ ਪਊਗੀ, ਉਹਦੇ ਹਿਸਾਬ ਨਾਲ ਅਸੀਂ ਆਪਣੇ ਨੋਟਸ ਨੂੰ ਅਪਡੇਟ ਕਰਨਾ ਹੈ, ਰਾਈਟ। ਨਾਓ ਦਿਸ ਇਜ਼ ਆਲ ਅਬਾਊਟ ਯੂਅਰ ਸਾਇੰਸਿਸ। ਦੈਨ ਯੂ ਹੈਵ এনवायरमेंट। এনवायरमेंट ਦੇ ਵਿੱਚ ਨਾ ਇੱਕ ਬੜੀ ਇੰਪੋਰਟੈਂਟ ਚੀਜ਼ ਹੈ, ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇ ਕੇ ਸਮਝਾਉਣਾ। এনवायरमेंट ਦੇ ਪੇਪਰ ਦੀ ਤਿਆਰੀ ਵਾਸਤੇ ਨਾ ਜੇ ਅਸੀਂ ਗੱਲ ਕਰੀਏ ਐਨਸੀਈਆਰਟੀ ਕਿਤਾਬਾਂ ਦੀ, ਰਾਈਟ, ਐਨਸੀਈਆਰਟੀ ਕਿਤਾਬਾਂ 'ਚ ਨਾ ਜੋਗ੍ਰਾਫੀ ਵਾਲੀ ਐਨਸੀਈਆਰਟੀ ਦੇ ਵਿੱਚ ਤਾਂ ਟੌਪਿਕ ਹੈ ਹੀ ਹੈ এনवायरमेंट ਦਾ। ਇਸ ਤੋਂ ਇਲਾਵਾ ਜਿਹੜੀ ਬਾਇਓਲੋਜੀ ਦੀ 12th ਕਲਾਸ ਦੀ ਐਨਸੀਈਆਰਟੀ ਹੈ, ਇਹਦੇ ਵਿੱਚ ਵੀ ਨਾ এনवायरमेंट ਰਿਲੇਟਡ ਇੱਕ ਪੂਰਾ ਯੂਨਿਟ ਹੈ। 12th ਕਲਾਸ ਦੀ ਬਾਇਓਲੋਜੀ ਦੀ ਐਨਸੀਈਆਰਟੀ ਦੀ ਕਿਤਾਬ ਦੇ ਵਿੱਚ ਇੱਕ ਪੂਰਾ ਯੂਨਿਟ ਹੈ এনवायरमेंट ਦਾ। ਇਸੇ ਤਰ੍ਹਾਂ ਪੋਲੀਟੀਕਲ ਸਾਇੰਸ ਦੀ 12th ਕਲਾਸ ਦੀ ਐਨਸੀਈਆਰਟੀ ਦੇ ਵਿੱਚ ਇਹਦੇ ਵਿੱਚ ਵੀ ਸਾਡੇ ਕੋਲ এনवायरमेंट ਰਿਲੇਟਡ ਟੌਪਿਕ ਹੈ। ਨਾ ਜੇ ਅਸੀਂ ਇਹ ਤਿੰਨੋਂ ਕਿਤਾਬਾਂ ਇਕੱਠੀਆਂ ਰੱਖ ਲਈਏ, ਹੁਣ 3 ਕਿਤਾਬਾਂ ਨਹੀਂ, ਕਿਤਾਬਾਂ ਕਈ ਹੋ ਜਾਣਗੀਆਂ, ਕਿਉਂਕਿ ਜੋਗ੍ਰਾਫੀ 6 to 12th ਵਿੱਚ ਤੁਸੀਂ ਆਇਡੈਂਟੀਫਾਈ ਕਰੋਗੇ
कि ਕਿਹੜੇ ਚੈਪਟਰ ਦੇ ਵਿੱਚ এনवायरमेंट ਰਿਲੇਟਡ ਫੈਕਟਸ हैं, राइट। ਲੈਟਸ ਸੇ कि 6 to 12 ਦੀਆਂ ਵੈਸੇ ਤਾਂ 6-7 ਕਿਤਾਬਾਂ 7-8 ਕਿਤਾਬਾਂ ਬਣਦੀਆਂ, ਕੋਈ 4 ਕਿਤਾਬਾਂ ਇੰਪੋਰਟੈਂਟ ਹੋ ਗਈਆਂ ਜਿਨ੍ਹਾਂ ਵਿੱਚੋਂ ਦੀ ਕੋਈ 10 ਟੌਪਿਕ ਇੰਪੋਰਟੈਂਟ ਹੋ ਗਏ। ਦੈਨ 12th ਕਲਾਸ ਦੀ ਬਾਇਓਲੋਜੀ ਦੀ ਬੁੱਕ ਵੀ ਹੈ ਤੇ ਪੋਲੀਟੀਕਲ ਸਾਇੰਸ ਦੀ ਬੁੱਕ ਵੀ ਹੈ। ਹੁਣ ਇਹ ਸਾਰੀਆਂ ਕਿਤਾਬਾਂ ਜੇ ਇਕੱਠੀਆਂ ਰੱਖ ਕੇ ਪੜ੍ਹ ਕੇ ਇੱਕ ਕੰਪੋਜ਼ਿਟ, ਇੱਕ ਹੋਲਿਸਟਿਕ ਅਪਰੋਚ ਨਾਲ ਅਸੀਂ ਨੋਟ ਬਣਾ ਲਈਏ ਤਾਂ ਸਾਡਾ ਪ੍ਰੀ ਔਰ ਮੇਨਸ ਦੋਨਾਂ ਵਾਸਤੇ ਕੰਮ ਪੂਰਾ ਹੋ ਗਿਆ। ਔਰ ਤਿਆਰੀ ਹਮੇਸ਼ਾ ਇसी तरह करना कि मेन्स पहला करना है, प्री बाद चो होना है। मेन्स पहला करना ही करना है, ਉਹਦਾ ਵੀ ਤੁਹਾਨੂੰ ਲੌਜਿਕ ਦੱਸਦਾ ਮੈਂ, 2 ਮਿੰਟ ਦਾ ਟਾਈਮ ਦਿਓ ਤੁਹਾਨੂੰ ਉਹਦਾ ਵੀ ਲੌਜਿਕ ਦੱਸਦਾ ਮੈਂ, ਰਾਈਟ। ਫਿਰ ਆਉਂਦੀ ਹੈ ਜੀ ਪੋਲੀਟੀਕਲ ਥਿਊਰੀ ਐਂਡ ਇੰਟਰਨੈਸ਼ਨਲ ਆਰਡਰ। ਹੁਣ ਇਹ ਨਾ 11th ਕਲਾਸ ਦੀ ਪੋਲੀਟੀਕਲ ਸਾਇੰਸ ਦੀ NCERT ਹੈ, ਰਾਈਟ, ਪੋਲੀਟੀਕਲ ਥਿਊਰੀ ਨਾਂ ਦੀ। ਇਹ ਉਹਦੇ ਵਿੱਚ ਨਾ ਮੋਸਟ ਆਫ ਦਾ ਟੌਪਿਕਸ ਕਵਰਡ ਹੈ। 12th ਔਰ 11th ਕਲਾਸ ਦੀ ਪੋਲੀਟੀਕਲ ਸਾਇੰਸ ਦੀ NCERT ਦੇ ਵਿੱਚ ਪੋਲੀਟੀਕਲ ਥਿਊਰੀ ਐਂਡ ਇੰਟਰਨੈਸ਼ਨਲ ਰਿਲੇਸ਼ਨ ਵਾਲਾ ਜਿਹੜਾ ਟੌਪਿਕ ਹੈ, ਚਾਹੇ ਉਹ ਬੇਸਿਕ ਕਨਸੈਪਟ ਆਫ ਫਰੀडम, ਇਕੁਐਲਿਟੀ, ਸੋਸ਼ਲ ਜਸਟਿਸ, ਰਾਈਟਸ, ਡਿਊਟੀਜ਼, ਸਿਟੀਜ਼ਨਸ਼ਿਪ, ਨੈਸ਼ਨਲਿਜ਼ਮ ਐਂਡ ਸੈਕੂਲਰਿਜ਼ਮ ਹੈ, याद रखना ये सारे ਤੁਹਾਡੇ NCERT ਚ ਕਵਰਡ ਹੈ। ਇਹ ਲక్ష్ਮੀਕਾਂਤ ਸਰ ਦੀ ਬੁੱਕ ਚ ਨਹੀਂ ਹੈ। ਲక్ష్ਮੀਕਾਂਤ ਸਰ ਦੀ ਬੁੱਕ ਪੋਲਿਟੀ ਵਾਸਤੇ ਹੈ, ਇੰਡੀਅਨ ਪੋਲਿਟੀ ਵਾਸਤੇ, ਪੋਲੀਟੀਕਲ ਥਿਊਰੀ ਵਾਸਤੇ ਤਾਂ ਕਿਤਾਬ ਹੀ ਨਹੀਂ ਹੈ। ਸਿਮਿਲਰਲੀ ਯੂਨਾਈਟਿਡ ਨੇਸ਼ਨਸ, ऑर्गन एजेंसीज, इंटरनेशनल ऑर्गेनाइजेशंस लाइक वर्ल्ड बैंक, IMF, WTO, EU, G20, BRICS and their role in world peace, trade and development. This is all very important। ਹੁਣ ਇੱਥੇ ਦੁਬਾਰਾ ਪਤਾ ਕੀ ਗੱਲ ਆਂਦੀ ਹੈ, ਮੈਂ ਨਾ ਇਹ ਸਾਰੇ ਆਰਗੇਨਾਈਜੇਸ਼ਨਸ ਬਾਰੇ ਪੜ੍ਹ ਰਿਹਾ, ਮੈਂ UN ਬਾਰੇ ਵੀ ਪੜ੍ਹ ਰਿਹਾ, ਮੈਂ ਵਰਲਡ ਬੈਂਕ IMF ਬਾਰੇ ਵੀ ਪੜ੍ਹ ਰਿਹਾ ਬਈ ਇਹ ਸਾਰਾ ਕੁਝ ਕਰੰਟ ਅਫੇਅਰ ਨਾਲ ਵੀ ਰਿਲੇਟਿਡ ਹੈ। ਫੋਰ ਐਗਜ਼ਾਮਪਲ UN ਦਾ ਰਸ਼ੀਆ ਯੂਕਰੇਨ ਦੇ ਉਹਦੇ ਵਿੱਚ ਵਾਰ ਦੇ ਵਿੱਚ ਕੀ ਸਟੈਂਡ ਹੈ? क्या G20 ने कोई खास स्टैंड लिया है प्रेजेंट टाइम्स ਦੇ ਵਿੱਚ? इज देयर एनी न्यूज़ अबाउट G20? क्या ब्रिक्स कोई गल कर रहा है उस बारे? क्या वर्ल्ड बैंक या IMF ने भी कोई सैंक्शन सैपरेटली लगाई हैं? करंट अफेयर अपडेट जे करोगे ਤਾਂ ਹੀ ਤੁਸੀਂ ਪੇਪਰ ਦੀਆਂ 4 ਆਪਸ਼ਨਸ ਦੇ ਵਿੱਚ ਸ਼ੋਰ ਹੋ ਪਾਓਗੇ। 2 ਗੱਲਾਂ ਹੋ ਸਕਦੀਆਂ ਤੁਹਾਡੇ ਤੋਂ ਉਹ ਰੂਟੀਨ ਦੀਆਂ ਪੁੱਛ ਕੇ, 2 ਗੱਲਾਂ ਕਰੰਟ ਅਫੇਅਰ ਦੀਆਂ ਨਾਲ ਜੋੜ ਕੇ ਇੱਕ ਕੁਐਸਚਨ ਬਣਾ ਦੇਣ, ਫਿਰ ਪੁੱਛਣ ਵਿਚ ਆਫ ਦਾ ਫੋਲੋਇੰਗ ਇਜ਼ ਟਰੂ ਔਰ ਨਾਟ ਟਰੂ, 1 ਓਨਲੀ, 1 2, 1 2 3 ਜਾਂ ਆਲ ਆਫ ਅਬਵ। ਜੇ ਤੁਹਾਨੂੰ ਆਲ ਆਫ ਅਬਵ ਦਾ ਪਤਾ ਹੀ ਨਹੀਂ ਹੈ, ਤੁਸੀਂ ਜਾਂ ਤਾਂ ਕਰੰਟ ਨਹੀਂ ਪੜਿਆ ਜਾਂ ਤੁਸੀਂ ਸਟੈਟਿਕ ਨਹੀਂ ਪੜਿਆ, ਹਾਊ ਕੈਨ ਯੂ ਬੀ ਸ਼ੋਰ ਕਿ ਆਨਸਰ 1 2 3 ਹੈ ਕਿ ਆਲ ਆਫ ਅਬਵ ਹੈ? ਐਂਡ ਇੱਥੇ ਹੀ ਅਸੀਂ ਫਸ ਜਾਂਦੇ ਹਾਂ। ਚਲੋ ਇਹ ਚੰਗੀ ਗੱਲ ਹੈ, ਸਾਡੇ ਪੰਜਾਬੀਆਂ ਨੇ ਇੱਕ ਗੱਲ ਕੀਤੀ ਕਿ ਨੈਗੇਟਿਵ ਮਾਰਕਿੰਗ ਨਹੀਂ ਰੱਖੀ, ਬਟ ਫਿਰ ਵੀ ਸਾਡੀ ਤਿਆਰੀ ਮੁਕੰਮਲ ਤਾਂ ਹੀ ਹੋਊਗੀ ਜੇ ਅਸੀਂ ਇਹ ਸੋਚ ਕੇ ਕਰੀਏ ਕਿ ਬਈ ਨੈਗੇਟਿਵ ਮਾਰਕਿੰਗ ਹੋ ਸਕਦੀ ਹੈ। ਉਹ ਇਸ ਲਈ ਨਹੀਂ ਕਿ ਹੋਣੀ ਹੈ, ਉਹ ਇਸ ਲਈ ਕਿ ਮੈਂ ਤਿਆਰੀ ਇਸ ਤਰ੍ਹਾਂ ਕਰਕੇ ਜਾਵਾਂ ਕਿ ਮੈਂ ਮੈਕਸਿਮਮ ਕੁਐਸਚਨ ਠੀਕ ਹੀ ਕਰਕੇ ਆਵਾਂ, ਰਾਈਟ। ਨਾਓ ਵੈਨ ਵੀ ਟਾਕ ਅਬਾਊਟ ਇੰਡੀਅਨ ਪੋਲਿਟੀ, ਵੀ ਆਲ ਨੋ ਲక్ష్ਮੀਕਾਂਤ ਸਰ ਦੀ ਬੁੱਕ ਬਹੁਤ ਵਧੀਆ ਹੈ, ਰਾਈਟ। ਉਹਨਾਂ ਨੇ ਕਿਹਾ, ਦੇਖੋ ਨਾ, ਇੱਥੋਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਸਮਝਾਉਣਾ ਸ਼ੁਰੂ ਕਰਦਾ ਕਿ ਪਹਿਲੇ ਮੇਨਸ ਦੀ ਤਿਆਰੀ ਕਿਉਂ ਹੋਣੀ ਚਾਹੀਦੀ ਹੈ। ਪ੍ਰੀ ਦੇ ਵਿੱਚ ਉਹਨਾਂ ਨੇ ਬੋਲਿਆ ਯਾਰ ਬੇਸਿਕ ਫੀਚਰਸ ਪੜ੍ਹ ਲਓ ਕॉन्स्टिट्यूशन ਦੇ। बड़ा सिंपल है कि इंडिया रिपब्लिक है, इंडिया को रिटन कॉन्स्टिट्यूशन है, इंडिया सैकुलरिज्म है, इंडिया दे विच क्वैसी फैडरल स्ट्रक्चर है, बड़ी सिंपल जी गल्लां। फिर ये प्रोविजनस पढ़ लो, किहड़े प्रोविजनस पढ़ लो, दस्सिया नहीं ना, कुछ स्पैसीफाई नहीं किया, प्रोविजनस पढ़ लो। की मतलब है प्रोविजनस का? सारे आर्टिकल पढ़ने हैं कि सारे शेड्यूल्स पढ़ने हैं? शेड्यूल तो चलो उन्हें दसता, प्रोविजनस का मतलब की हो गया, सारे आर्टिकल पढ़ने हैं। की अमेंडमेंट्स भी पढ़ लेंगे हैं, किहड़ियां क्या सिर्फ 42nd एंड 44th इंपॉर्टेंट है? नहीं, बहुत सारी अमेंडमेंट इंपॉर्टेंट हैं। दैन पंचायती राज का पढ़ लो, इलैक्शंस पढ़ो, पीपल रिप्रजेंटेशन एक्ट स्पैशली पढ़ना है, इलैक्टोरल रिफॉर्म्स बारे पढ़ो, राइज ऑफ रीजनलिज्म एंड कोलिशन पॉलिटिक्स पढ़ो, फिर आम चैलेंजेस टू इंडियन स्टेट सिंस इंडिपेंडेंस भी पढ़ो। ये वास्ते तो तुहानूं पता होना चाहिए 12th क्लास की पोलिटिकल साइंस की NCERT है इंडियन पॉलिटिक्स आफ्टर इंडिपेंडेंस। ये टॉपिक तो तुहाडा बहुत वधिया उहदे चों कवर हो जाएगा, राइट। 11th क्लास की जिहड़ी तुहाडी NCERT है आवर कॉन्स्टिट्यूशन, ये उहदे चों कवर हो जाता सारा पार्ट। NCERT ही बहुत वधिया ढंग नाल कवर करती है, रैदर NCERT मच बैटर कवर करती है। लक्ष्मीकांत सर की बुक बहुत अच्छी है, नो डिनाइंग द फैक्ट, बट जे तुसी पहला NCERT तमीज़ नाल नहीं पढ़ी, तुसी उहदे प्रॉपर नोट्स नहीं बनाए। हुण लक्ष्मीकांत सर की बुक दे तुहानूं गांधी दे आइडिया ऑफ स्वराज ते सुराज नहीं मिलने यार, वो पर क्वेश्चन उन्हां ते आ जाने हैं स्वराज ते सुराज दे उपर, और जिते पोलिटिकल साइंस की बुक दे विच है, राइट। इत्थे तां इन्हां ने गल खत्म करती प्री दे विच। हुण मैं इस ढंग नाल पढ़ के बह जावां, पर क्वेश्चनस तां बहुत डिफरेंट भी आ जांदे हैं जे मैं ध्यान नाल वेखां तां। हुण लैट्स टेक एन एग्जाम्पल कि मेन्स ਦੇ ਵਿੱਚ ਜਦੋਂ ਅਸੀਂ ਪਹੁੰਚਦੇ ਹਾਂ ਤੇ ਮੇਨਸ ਦੇ ਵਿੱਚ ਆ ਕੇ ਸਾਡੇ ਕੋਲ ਕਿੱਦਾਂ ਇਹਨਾਂ ਨੇ ਪੋਲਿਟੀ ਜਾਂ ਜਿਹੜਾ ਸਾਡਾ ਸਿਲੇਬਸ ਹੁੰਦਾ ਹੈ ਉਹਨੂੰ ਚੇਂਜ ਕੀਤਾ ਮੇਨਸ ਦੇ ਵਿੱਚ ਆ ਕੇ, ਰਾਈਟ। ਇੱਥੇ ਅਸੀਂ ਇੱਕ ਵਾਰੀ ਪੋਲਿਟੀ ਦਾ ਸਿਲੇਬਸ ਦੇਖਦੇ ਹਾਂ ਕਿ ਇੱਥੇ ਇਹਨਾਂ ਨੇ ਇਹਦੇ ਵਿੱਚ ਕੀ ਕੀ ਨਵੀਆਂ ਚੀਜ਼ਾਂ ਪਾਤੀਆਂ ਜਾਂ ਕਿਸ ਤਰ੍ਹਾਂ ਇਹਨੂੰ ਉਹਨਾਂ ਨੇ ਚੇਂਜ ਕਰਤਾ। we'll talk about polity and then we'll talk about history as well so that you better understand and relate with it। ਇਹ ਆ ਗਿਆ ਜੀ ਤੁਹਾਡਾ ਹੁਣ ਇੰਡੀਅਨ ਕॉन्स्टिट्यूशन एंड पॉलिटी।
ਹੁਣ ਇੱਥੇ ਮੇਨਸ ਚ ਆ ਕੇ ਇਹਨਾਂ ਨੇ ਸਿਲੇਬਸ ਕੀਤਾ ਇੰਡੀਅਨ ਕਨਸਟੀਟਿਊਸ਼ਨ, ਹਿਸਟੋਰੀਕਲ ਅੰਡਰਪਿਨਿੰਗ। ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਪ੍ਰੀ ਦੇ ਵਿੱਚ ਉਹ ਤੁਹਾਨੂੰ ਚਾਰਟਰ ਐਕਟ ਦੇ ਉੱਪਰ ਜਾਂ ਗਵਰਨਮੈਂਟ ਆਫ ਇੰਡੀਆ ਐਕਟ 1919 ਜਾਂ 1935 ਜਾਂ ਮਿੰਟੋ ਮੋਰਲੇ ਰਿਫਾਰਮ 1909 ਇਹਦੇ ਉੱਪਰ ਕੁਐਸਚਨ ਨਹੀਂ ਪੁੱਛਦੇ? ਉਹ ਤਾਂ ਪੁੱਛਦੇ ਆ ਔਰ ਬੜੇ ਐਗਜ਼ਾਮਪਲ ਨੇ ਸਾਡੇ ਕੋਲ, ਬਟ ਪ੍ਰੀ ਚ ਉਹਨਾਂ ਨੇ ਮੈਂਸ਼ਨ ਹੀ ਨਹੀਂ ਕੀਤਾ ਹੋਇਆ ਸੀਗਾ। ਮੈਂਸ਼ਨ ਉਹਨਾਂ ਨੇ ਮੇਨਸ ਦੇ ਵਿੱਚ ਕੀਤਾ, ਪਰ ਆਨਸਰ ਤਾਂ ਕੁਐਸਚਨ ਤਾਂ ਉਹ ਪ੍ਰੀ ਚ ਵੀ ਪੁੱਛ ਦਿੰਦੇ ਇਸ ਦੇ ਉੱਪਰ। ਅਸੀਂ ਕੀ ਕਰਦੇ ਹਾਂ, ਅਸੀਂ ਨਾ ਸਿਲੇਬਸ ਨੂੰ ਇੰਟੀਗ੍ਰੇਟ ਨਹੀਂ ਕਰਦੇ, ਉਹਨੂੰ ਤਮੀਜ਼ ਨਾਲ ਸਮਝਦੇ ਨਹੀਂ ਆ। ਅਸੀਂ ਆਪਣੇ ਆਪ ਨੂੰ ਥੋੜਾ ਜਿਹਾ ਨਾ ਕਿੱਥੇ ਨਾ ਜਾਂ ਤਾਂ ਸਿਆਣਾ ਜ਼ਿਆਦਾ ਸਮਝ ਲੈਂਦੇ ਆ ਜਾਂ ਫਿਰ ਅਸੀਂ ਥੋੜੇ ਜਿਹੇ ਨਿਆਣੇ ਜ਼ਿਆਦਾ बन जाते हैं। नहीं यार प्री का सिलेबस इतना ही है, मैं तो इतना ही पढ़ूंगा, ऐसे नहीं होता। यू हैव टू अंडरस्टैंड। उन्होंने ਤੁਹਾਡੇ ਨਾਲ ਕੋਈ ਨਾ ਲਿਖ ਕੇ ਨਹੀਂ ਕੀਤੀ ਗੱਲ ਕਿ ਤੁਸੀਂ ਪੋਲਿਟੀ ਦੇ ਸਿਰਫ ਆਈ ਦੋ ਗੱਲਾਂ ਪੜ੍ਹ ਲਓ ਬਾਕੀ ਛੱਡ ਦਿਓ। ਉਹਨਾਂ ਨੇ ਸੋਚਿਆ ਤੁਹਾਨੂੰ ਕਹਿਤਾ ਪੋਲਿਟੀ ਪੜ੍ਹ ਲਓ, ਤੁਸੀਂ ਪੜੋਗੇ ਫਿਰ ਉਹ ਤੁਹਾਨੂੰ ਕੋਈ ਵੀ ਕੁਐਸਚਨ ਪੁੱਛਣਗੇ, ਰਾਈਟ। ਦੈਨ ਐਵੋਲੂਸ਼ਨ ਬਾਰੇ ਪ੍ਰੀਚ ਦੱਸਿਆ ਨਹੀਂ ਸੀਗਾ, ਕੁਐਸਚਨ ਤਾਂ ਐਵੋਲੂਸ਼ਨ ਤੇ ਵੀ ਆ ਜਾਂਦਾ। ਤੁਹਾਨੂੰ ਪੁੱਛਦੇ ਆ ਬਈ ਦੱਸੋ ਕੌਂਸਟੀਟਿਊਂਟ ਅਸੈਂਬਲੀ ਬਾਰੇ ਕੁਐਸਚਨ ਦੱਸ ਦਿਓ। ਫੀਚਰਸ ਇਹ ਦੱਸਿਆ ਸੀਗਾ ਪ੍ਰੀਚ ਵੀ ਤੇ ਮੇਨਸ ਚ ਵੀ ਆ ਗਿਆ। ਅਮੈਂਡਮੈਂਟਸ, ਸਿਗਨੀਫੀਕੈਂਟ ਪ੍ਰੋਵੀਜ਼ਨਸ। ਹੁਣ ਆ ਕੀ ਹੈ ਸਿਗਨੀਫੀਕੈਂਟ ਪ੍ਰੋਵੀਜ਼ਨਸ ਤੇ ਫੀਚਰ ਚ ਕੀ ਫਰਕ ਪੈ ਗਿਆ? ਤੁਹਾਨੂੰ ਸਮਝ ਆ ਗਈ ਗੱਲ ਨਾ? ਫੀਚਰ ਤਾਂ ਸੇਮ ਹੈ, ਉੱਥੇ ਪ੍ਰੋਵੀਜ਼ਨ ਤੇ ਸਿਗਨੀਫੀਕੈਂਟ ਪ੍ਰੋਵੀਜ਼ਨਸ ਹੈ, ਬਟ ਦੋਨਾਂ ਦੇ ਵਿੱਚ ਕੁਐਸਚਨ ਕਿਸੇ ਵੀ ਪ੍ਰੋਵੀਜ਼ਨ ਤੇ ਆ ਜਾਂਦਾ ਹੈ। ਐਂਡ ਬੇਸਿਕ ਸਟਰਕਚਰ, ਹੁਣ ਸੋਚ ਕੇ ਦੇਖੋ ਲਿਖਿਆ ਬੇਸਿਕ ਸਟਰਕਚਰ ਮੇਨਸ ਦੇ ਵਿੱਚ ਹੈ, क्या ਤੁਹਾਨੂੰ ਪ੍ਰੀਚ ਕੁਐਸਚਨ ਨਹੀਂ ਪੁੱਛ ਸਕਦੇ? ਬੇਸਿਕ ਹੀ ਕੁਐਸਚਨ ਲਾ ਲਓ, ਵਿਦ ਵਿਚ ਆਫ ਦ ਫੋਲੋਇੰਗ ਜਜਮੈਂਟ ਦ ਆਈਡੀਆ ਆਫ ਬੇਸਿਕ ਸਟਰਕਚਰ ਇਮਰਜ। ਆਂਸਰ ਵਿਲ ਬੀ ਕੇਸ਼ਵਨੰਦਾ ਭਾਰਤੀ ਕੇਸ, ਰਾਈਟ। ਵਿਚ ਆਫ ਦ ਫੋਲੋਇੰਗ ਇਜ਼ ਅ ਪਾਰਟ ਆਫ ਬੇਸਿਕ ਸਟਰਕਚਰ, ਇਹ ਵੀ ਤਾਂ ਪ੍ਰੀਚ ਪੁੱਛਿਆ ਜਾ ਸਕਦਾ ਨਾ, ਪਰ ਉੱਥੇ ਮੈਂਸ਼ਨਡ ਨਹੀਂ ਸੀ ਇਹ ਵਰਡ। ਦੈਨ ਫੰਕਸ਼ਨਸ ਐਂਡ ਰਿਸਪੌਂਸਿਬਿਲਿਟੀਜ਼ ਆਫ ਯੂਨੀਅਨ ਐਂਡ ਸਟੇਟਸ, ਬਈ ਇਹਦੇ ਤਾਂ ਪ੍ਰੀਚ ਵੀ ਕੁਐਸਚਨ ਆਏ ਹੋਏ ਆ, ਪਰ ਪ੍ਰੀਚ ਤੇ ਲਿਖਿਆ ਨਹੀਂ ਹੋਇਆ ਸੀਗਾ। ਇਸ਼ੂਜ਼ ਐਂਡ ਚੈਲੰਜਸ ਪਰਟੇਨਿੰਗ ਟੂ ਦ ਫੈਡਰਲ ਸਟਰਕਚਰ, ਇਹ ਪ੍ਰੀਚ ਵੀ ਆਉਂਦੇ ਆ ਕੁਐਸਚਨ, ਬਟ ਲਿਖਿਆ ਤਾਂ ਕਿਤੇ ਹੋਇਆ ਨਹੀਂ ਸੀ। ਸੋ ਵੈਨ ਯੂ ਜਸਟਾਪੋਜ਼, ਵੈਨ ਯੂ ਪੁੱਟ ਟੂ ਥਿੰਗਸ ਟੂਗੈਦਰ ਕਿ ਯਾਰ ਪ੍ਰੀ ਦਾ ਤਾਂ ਬੇਸਿਕ ਇੰਨੀ ਜੀ ਗੱਲ ਪੁੱਛ ਕੇ ਨਾ, ਹੁਣ ਦੇਖੋ ਮੇਨਸ ਚ ਇਹਨਾਂ ਨੇ ਕਿੰਨਾ ਉਹਨੂੰ ਵਧਾਤਾ। ਜੇ ਤੁਸੀਂ ਉਸ ਹਿਸਾਬ ਨਾਲ ਪ੍ਰੀ ਦੀ ਵੀ ਤਿਆਰੀ ਕਰ ਲੋਗੇ ਤੇ ਤੁਹਾਡਾ ਮੇਨਸ ਵੀ ਤਿਆਰ ਤੇ ਪ੍ਰੀ ਵੀ ਤਿਆਰ, ਤੇ ਤੁਹਾਨੂੰ ਕੋਈ ਵੀ ਕੰਮ ਉੱਥੇ ਜਾ ਕੇ ਫਿਰ ਔਖਾ ਨਹੀਂ ਲੱਗੂਗਾ। The most important thing is that you must prepare yourself for mains. Mains basically is the ultimate thing for which you have to prepare. ਜੇ ਤੁਸੀਂ ਮੇਨਸ ਦੀ ਤਿਆਰੀ ਤਮੀਜ਼ ਨਾਲ ਇਮਾਨਦਾਰੀ ਨਾਲ ਕਰਤੀ ਬਈ, ਨਾ ਪ੍ਰੀ 'ਚ ਫਸੋਗੇ ਨਾ ਇੰਟਰਵਿਊ 'ਚ ਫਸੋਗੇ। ਜੇ ਤਿਆਰੀ ਉਹ ਪ੍ਰੀ ਦੀ ਕਰਦੇ ਰਹਿ ਗਏ ਤਾਂ ਸਾਰੀ ਉਮਰ ਪ੍ਰੀ ਜੋਗੀ ਰਹਿ ਜਾਓਗੇ, ਮੇਨਸ ਤੇ ਇੰਟਰਵਿਊ ਤਾਂ ਗੱਲ ਹੀ ਛੱਡ ਦਿਓ। ਤਿਆਰੀ ਉਹ ਆਪਾਂ ਮੇਨਸ ਦੀ ਕਰਾਂਗੇ। ਹੁਣ ਕਿਉਂਕਿ ਗੱਲ ਸਮਝ ਆਉਂਦੀ ਹੈ ਸਭ ਨੂੰ ਇਹ ਕਿ ਅਸੀਂ ਮੇਨਸ ਦੀ ਤਿਆਰੀ ਕਰਨੀ ਹੈ, ਤੇ ਫਿਰ ਅਸੀਂ ਤਿਆਰੀ ਸ਼ੁਰੂ ਕਦੋਂ ਕਰੀਏ? ਜਦੋਂ ਨੋਟੀਫਿਕੇਸ਼ਨ ਆਣੀ ਹੈ ਫਿਰ ਤਾਂ ਅਸੀਂ ਪ੍ਰੀ ਦੀ ਤਿਆਰੀ ਕਰਨੀ ਹੈ। ਪ੍ਰੀ ਤੋਂ ਬਾਅਦ ਮੇਨਸ ਲਈ ਟਾਈਮ ਨਹੀਂ ਮਿਲਣਾ, ਤੇ ਅੱਜ ਅਸੀਂ ਤਿਆਰੀ ਸ਼ੁਰੂ ਕਰਦੇ ਹਾਂ ਮੇਨਸ ਦੀ। ਪੂਰੀ ਇਮਾਨਦਾਰੀ ਨਾਲ, ਪੂਰੀ ਸ਼ਿੱਦਤ ਨਾਲ, ਪੂਰੀ ਵਫਾਦਾਰੀ ਨਾਲ ਮੇਨਸ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਾਂ। ਮੇਨਸ ਦੀ ਤਿਆਰੀ ਕਰਦੇ ਸਾਡੀ ਪ੍ਰੀ ਦੀ ਆਟੋਮੈਟਿਕਲੀ ਤਿਆਰੀ ਹੋ ਰਹੀ ਹੈ, ਰਾਈਟ। ਸਾਡਾ ਸਿਲੇਬਸ ਕੰਪਲੀਟ ਹੋ ਰਿਹਾ। ਲਾ ਕੇ ਚੱਲਦੇ ਹਾਂ ਜੀ 4 ਮਹੀਨੇ 5 ਮਹੀਨੇ 6 ਮਹੀਨੇ ਤੱਕ ਸਾਡਾ ਸਿਲੇਬਸ ਮੁੱਕ ਗਿਆ। ਹੁਣ ਅਸੀਂ ਤਿਆਰ ਖੜੇ ਹਾਂ ਪੇਪਰ ਵਾਸਤੇ। ਹੁਣ ਆਈ ਨੋਟੀਫਿਕੇਸ਼ਨ। ਇੱਕ ਉਹ ਲੋਕ ਹੋਣਗੇ ਜਿਹੜੇ ਉਸ ਦਿਨ ਤਿਆਰੀ ਸ਼ੁਰੂ ਕਰਨਗੇ, ਸਿਲੇਬਸ ਦੇਖਣਗੇ, ਲੱਭਣਗੇ, ਕਿਤਾਬਾਂ ਦੇਖਣਗੇ, ਪੜ੍ਹਨਾ ਸ਼ੁਰੂ ਕਰਨਗੇ, ਨੋਟਸ ਬਣਾਉਣਗੇ। ਦੂਜੇ ਹੋਗੇ ਤੁਸੀਂ ਸਿਲੇਬਸ ਮੁਕਾ ਚੁੱਕੇ ਹੋ। ਜਿੱਦਣ ਆ ਗਈ ਨੋਟੀਫਿਕੇਸ਼ਨ ਉਦੋਂ ਤੁਸੀਂ ਕਰੋਗੇ ਰਿਵੀਜ਼ਨ ਤੇ ਟੈਸਟ ਸੀਰੀਜ਼ ਸਟਾਰਟ, ਕਿ ਹੁਣ ਮੈਂ ਕਰਾਂਗਾ ਟੈਸਟ ਤੇ ਰਿਵੀਜ਼ਨ। ਜਿਨ੍ਹਾਂ ਨੇ ਹੁਣ ਪੜ੍ਹਨਾ ਸ਼ੁਰੂ ਕਰਨਾ ਹੈ ਉਹਨਾਂ ਨੇ ਤਾਂ ਹੁਣ ਬਸ ਲਾਈਨ ਦੇ ਵਿੱਚ ਵੈਸੇ ਹੀ ਲੱਗਣਾ ਹੈ, ਰੇਸ ਤਾਂ ਅਸੀਂ ਜਿੱਤ ਚੁੱਕੇ ਹਾਂ, ਰਾਈਟ। ਤਿਆਰੀ ਇਸ ਹਿਸਾਬ ਨਾਲ ਹੁੰਦੀ ਹੈ। ਅੱਜ ਤੋਂ ਤਿਆਰੀ ਸ਼ੁਰੂ ਹੈ, ਚਾਹੇ ਕੋਚਿੰਗ ਲਓ ਚਾਹੇ ਸੈਲਫ ਸਟੱਡੀ ਨਾਲ ਕਰੋ। ਜੇ ਤੁਹਾਨੂੰ ਲੱਗਦਾ ਵੀ ਤੁਸੀਂ ਪੂਰੇ ਪੈਂਦੇ ਹੋ ਸੈਲਫ ਸਟੱਡੀ ਥਰੂ, ਜ਼ਰੂਰ ਕਰੋ। ਮੈਂ ਪਹਿਲਾਂ ਵੀ ਦੱਸਿਆ, ਹਾਂ ਸੰਭਵ ਹੈ, ਪੋਸੀਬਲ ਹੈ ਸੈਲਫ ਸਟੱਡੀ ਥਰੂ ਇਹ ਪੇਪਰ ਕੱਢਣਾ। ਇਹਨੂੰ ਛੱਡੋ ਯਾਰ, ਲੋਕੀ ਆਈਏ ਸੈਲਫ ਸਟੱਡੀ ਨਾਲ ਕਰਦੇ ਆ। ਸੋ ਇਟ ਇਜ਼ ਨਾਟ ਅਬਾਊਟ ਨਾ ਕਿ ਤੁਸੀਂ ਕੋਚਿੰਗ, ਪ੍ਰੋਫੈਸ਼ਨਲ ਕੋਚਿੰਗ ਜ਼ਰੂਰ ਲੈਣੀ ਹੈ। ਯੂ ਹੈਵ ਟੂ ਇਵੈਲੂਏਟ ਫਿਊ ਕੰਸੀਡਰੇਸ਼ਨਸ ਆਰ ਦੇਅਰ। 1, ਮੇਰੇ ਕੋਲ ਇੰਨਾ ਟਾਈਮ ਹੈ ਕਿ ਮੈਂ ਆਪਣੇ ਆਪ ਸਾਰਾ ਕੁਝ ਲੱਭ ਲਾਂ, ਇਕੱਠਾ ਕਰ ਲਾਂ, ਆਨਸਰ ਲਿਖ ਲਾਂ, ਆਪ ਹੀ ਕਿਸੇ ਤੋਂ ਚੈੱਕ ਵੀ ਕਰਾ ਲਾਂ, ਮੈਨੂੰ ਪਤਾ ਵੀ ਲੱਗ ਜੇ ਠੀਕ ਹੈ ਕਿ ਨਹੀਂ, ਰਾਈਟ। ਮੇਰੇ ਕੋਲ ਇੰਨਾ ਟਾਈਮ, ਇੰਨੀ એનર્ਜੀ ਹੈ, ਇੰਨੀ ਪੇਸ਼ੈਂਸ ਹੈ। ਜੇ ਹੈ ਤੇ ਕਰ ਦੋ ਸ਼ੁਰੂ, ਜੇ ਲੱਗਦਾ ਨਹੀਂ ਹੈ ਤੇ ਬਾਈ ਸੀਕ ਸਮ ਹੈਲਪ। ਕਿਆ ਪ੍ਰੋਬਲਮ ਹੈ? ਮੈਨੂੰ ਪਤਾ ਯਾਰ ਮੇਰੇ ਲਾਈਫ ਸਟਾਈਲ ਦੇ ਵਿੱਚ ਨਾ ਇੱਕ ਪ੍ਰੋਬਲਮ ਹੈ ਕਿ ਮੈਂ ਨਾ ਐਕਸਰਸਾਈਜ਼ ਨਹੀਂ ਕਰਦਾ। ਹੁਣ ਉਹ ਮੇਰੇ ਵਾਸਤੇ ਡਾਕਟਰ ਨੇ ਥੋੜਾ ਕਰਨੀ ਆ ਕੇ, ਉਹ ਤਾਂ ਸਵੇਰੇ ਉੱਠ ਕੇ ਮੈਂ ਆਪ ਹੀ ਜਾਊਂਗਾ, ਜੋਗਿੰਗ ਕਰੂੰਗਾ, ਰੱਸੀ ਟੱਪ ਲੂੰਗਾ, ਜਿਮ ਕਰ ਲੂੰਗਾ। ਪਰ ਜੋ ਵੀ ਕਰੂੰਗਾ ਇਹ ਪਤਾ ਕਿਸ ਚੀਜ਼ ਤੇ ਡਿਪੈਂਡ ਕਰਦਾ ਹੁੰਦਾ? ਇੱਕ ਮੇਰੀਆਂ ਰਿਸੋਰਸਿਸ ਤੇ, ਦੂਜਾ ਮੇਰੇ ਸ਼ੌਕ ਤੇ। ਜੇ ਮੈਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਫਿਟ ਰੱਖਣਾ ਹੈ ਤੇ ਮੈਂ ਜਿਮ ਦੀ ਮੈਂਬਰਸ਼ਿਪ ਲਵਾਂਗਾ, ਰਾਈਟ। ਜਿਮ ਦੀ ਮੈਂਬਰਸ਼ਿਪ ਲਵਾਂਗਾ, ਉਹਨੂੰ ਪੈਸੇ ਦਊਂਗਾ, ਜਿਮ ਜਾਊਂਗਾ, ਟ੍ਰੇਨਿੰਗ ਕਰੂੰਗਾ। ਜੇ ਮੈਂ ਆਪਣੇ ਆਪ ਨੂੰ ਜਲਦੀ ਫਿਟ ਕਰਨਾ ਔਰ ਬੈਟਰ ਟ੍ਰੇਨਿੰਗ ਕਰਨੀ ਹੈ ਤੇ ਮੈਂ ਐਕਸਟਰਾ ਪੈਸੇ ਵੀ ਖਰਚੂੰਗਾ, ਪਰਸਨਲ ਟ੍ਰੇਨਰ ਵੀ ਰੱਖੂੰਗਾ। ਬਟ ਜਾਂ ਫਿਰ ਇਹ ਹੋਏਗਾ ਮੇਰੇ ਕੋਲ ਰਿਸੋਰਸਿਸ ਨਹੀਂ ਹੈ, ਮੈਂ ਸਵੇਰੇ ਉੱਠਾਂਗਾ, ਦੌੜਾਂਗਾ, ਖਾਣਾ ਘੱਟ ਖਾਊਂਗਾ, ਮੀਨਸ ਕਿ ਇੱਕ ਬੈਲੈਂਸ ਡਾइट ਲਊਂਗਾ ਔਰ ਕਾਰਬਸ ਘੱਟ ਕਰ ਦੂੰਗਾ, ਕਿਤੇ ਨਾ ਕਿਥੋਂ ਦੀ ਪਲੈਨਿੰਗ ਕਰ ਲੂੰਗਾ। ਕੁਝ ਲੋਕ ਹੁੰਦੇ ਆ ਜੋ ਆਪ ਹੀ ਕਰ ਲੈਂਦੇ ਆ, ਕੁਝ ਇਹਦੇ ਵਾਸਤੇ ਵੀ ਨਿਊਟ੍ਰੀਸ਼ੀਅਨਸ ਕੋਲ ਜਾਂਦੇ ਆ ਔਰ ਉਹਨਾਂ ਤੋਂ ਇੱਕ ਪਲਾਨ ਬਣਵਾ ਕੇ ਲਿਆਉਂਦੇ ਆ। ਫਿਰ ਉਸ ਹਿਸਾਬ ਨਾਲ ਕੋਈ ਕੀਟੋ ਕਰਦਾ, ਕੋਈ ਕੁਝ ਕਰਦਾ। ਸੋ ਇਟ ਆਲ ਡਿਪੈਂਡਸ ਔਨ 2 ਥਿੰਗਸ, ਰਿਸੋਰਸਿਸ ਐਂਡ ਕਮਿਟਮੈਂਟ ਫॉर एनीथिंग।
ਜੇ ਲਾਈਫ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚ ਵੀ ਕਮਿਟਮੈਂਟ ਤੇ ਰਿਸੋਰਸਿਸ ਮੈਟਰ ਕਰਦੀਆਂ ਤੇ ਇਹ ਤਾਂ ਬਹੁਤ ਵੱਡੀ ਚੀਜ਼ ਹੈ ਜਿਹੜੀ ਅਸੀਂ ਅੱਜ ਪੀਸੀਐਸ ਦੀ ਗੱਲ ਕਰ ਰਹੇ ਹਾਂ, ਆਈਐਸ ਦੀ। ਹਾਂ, ਜੇ ਤੁਹਾਡੇ ਕੋਲ ਰਿਸੋਰਸਿਸ ਹੈ ਐਂਡ ਯੂ ਕੈਨ ਅਫੋਰਡ ਇਟ, ਦੈਨ ਤਾਂ ਯੂ ਸ਼ੁੱਡ, ਆਈ ਮਸਟ ਸੇ ਯੂ ਸ਼ੁੱਡ ਗੋ ਫॉर ਕੋਚਿੰਗ। ਜੇ ਤੁਹਾਡੇ ਕੋਲ ਕਿਤੇ ਕੋਈ ਰਿਸੋਰਸਿਸ ਦੀ ਕਮੀ ਹੈ, ਤੁਸੀਂ ਨਹੀਂ ਅਫੋਰਡ ਕਰ ਸਕਦੇ, ਤੁਸੀਂ ਸੈਲਫ ਸਟੱਡੀ ਨਾ ਕਰਨਾ ਹੈ, ਤਾਂ ਦੈਟ ਸ਼ੁਡਨਟ ਬੀ ਸਮਥਿੰਗ ਦੈਟ ਸ਼ੁੱਡ ਡਿਸਹਾਰਟਨ ਯੂ, ਹੈ ਨਾ। ਦਿਲ ਛੋਟਾ ਨਹੀਂ ਕਰਨਾ ਕਿ ਯਾਰ ਮੈਂ ਨਹੀਂ ਕਰ ਪਾ ਰਿਹਾ, ਕਰੋਗੇ। ਐਂਡ ਜਿੱਥੇ ਤੱਕ ਸਾਡੀ ਹਿੰਮਤ ਹੈ ਅਸੀਂ ਤੁਹਾਡੇ ਨਾਲ ਖੜੇ ਹਾਂ, ਤੁਹਾਡਾ ਸਾਥ ਦੇਵਾਂਗੇ। ਤੁਹਾਨੂੰ ਅਸੀਂ ਜੋ ਪ੍ਰੋਵਾਈਡ ਕਰ ਸਕਦੇ ਹਾਂ ਕੰਪਲੀਮੈਂਟਰੀ ਟੂ ਦ ਮੈਕਸਿਮਮ ਪੋਸੀਬਲ ਐਕਸਟੈਂਟ ਅਸੀਂ ਉਹ ਵੀ ਕਰਾਂਗੇ, ਫॉर श्योर ਅਸੀਂ ਕਰਾਂਗੇ। ਬਟ ਅਸੀਂ ਕੋਈ ਗਲਤ ਵਾਅਦੇ ਨਹੀਂ ਕਰਾਂਗੇ ਕਿ ਸਾਰਾ ਕੋਰਸ ਫ੍ਰੀ ਕਰਾ ਦਾਂਗੇ ਜੀ, ਅਸੀਂ ਤਾਂ ਬੜੇ ਵੱਡੇ ਫਿਲੈਂਥਰੋਪਿਸਟ ਹਾਂ, ਸਾਡੀਆਂ ਆਪਣੀਆਂ ਜ਼ਿੰਮੇਵਾਰੀਆਂ, ਅਸੀਂ ਉਹਨਾਂ ਨੂੰ ਵੀ ਪੂਰਾ ਕਰਨਾ ਹੈ, ਸਾਡੇ ਵੀ ਪਰਿਵਾਰ ਹੈ। ਐਂਡ ਟੀਚਿੰਗ ਐਂਡ ਮੇਕਿੰਗ ਮਨੀ ਆਊਟ ਆਫ ਇਟ ਇਜ਼ ਨੋ ਕ੍ਰਾਈਮ। ਪਤਾ ਨਹੀਂ ਪੰਜਾਬ ਦੇ ਵਿੱਚ ਇਹ ਕਦ ਤੋਂ ਗੱਲ ਫੈਲ ਗਈ ਕਿ ਪੜ੍ਹਾ ਕੇ ਪੈਸੇ ਲੈਣਾ ਕੋਈ ਪਾਪ ਹੈ, ਜਦ ਕਿ ਅਸੀਂ ਸ਼ੁਰੂ ਤੋਂ ਦੇਖਿਆ ਕਿ ਗੁਰੂ ਦਕਸ਼ਨਾ ਦੇਣੀ ਹੁੰਦੀ ਹੈ, ਰਾਈਟ। ਸਾਡੀ ਤਾਂ ਗੁਰੂ ਦਕਸ਼ਨਾ ਦੀ ਬਹੁਤ ਹੀ ਪੁਰਾਣੀ ਪ੍ਰਥਾ ਹੈ, ਬਟ ਦੈਨ ਹੁਣ ਅਸੀਂ ਕਹਿੰਦੇ ਹਾਂ ਜਾਂ ਪੜ੍ਹਨਾ ਅਸੀਂ ਫ੍ਰੀ ਹੈ, ਪਤਾ ਨਹੀਂ ਕਿਉਂ। ਬਟ ਚਲੋ ਤੁਹਾਡੀ ਮਰਜ਼ੀ ਰਹੇਗੀ ਉਹ ਤਾਂ। ਨਾਓ ਦੈਟ ਯੂ ਹੈਵ ਅੰਡਰਸਟੂਡ ਵਨ ਕਨਸੈਪਟ ਕਿ ਤੁਸੀਂ ਨਾ ਸਿਲੇਬਸ ਨੂੰ ਚੰਗੀ ਤਰ੍ਹਾਂ ਮੇਨਸ ਵਾਲੇ ਨੂੰ ਵੇਖੋ, ਉਹਦੇ ਹਿਸਾਬ ਨਾਲ ਪ੍ਰੀ ਦੇ ਕੁਐਸਚਨਸ ਵੀ ਤਿਆਰ ਕਰੋ। ਸਿਰਫ ਪ੍ਰੀ ਦਾ ਸਿਲੇਬਸ ਦੇਖ ਕੇ ਪ੍ਰੀ ਦੀ ਤਿਆਰੀ ਨਾ ਕਰਨਾ। ਸੋ ਕੰਕਲੂਜਨ ਕੀ ਨਿਕਲਦਾ ਹੈ, ਮੇਨਸ ਦੀ ਤਿਆਰੀ ਤੋਂ ਸ਼ੁਰੂ ਕਰ ਦਿਓ। ਪਿਕ ਅਪ ਯੂਅਰ ਪੇਪਰਸ ਫॉर ਮੇਨਸ, look at the syllabus of mains, how elaborate this syllabus is, and then prepare yourself। ਜਿੱਦਾਂ ਨਾ ਪ੍ਰੀ ਦੇ ਵਿੱਚ ਉਹਨਾਂ ਨੇ ਗਵਰਨਮੈਂਟ ਸਕੀਮਸ ਬਾਰੇ ਕੁਝ ਵੀ ਨਹੀਂ ਦੱਸਿਆ ਹੁੰਦਾ, ਇੱਥੇ ਉਹਨਾਂ ਨੇ ਦੱਸਿਆ ਜੀ ਗਵਰਨਮੈਂਟ ਪਾਲਿਸੀਜ਼ ਐਂਡ ਇੰਟਰਵੈਂਸ਼ਨਸ ਫॉर ਡਿਵੈਲਪਮੈਂਟ ਇਨ ਵੇਰੀਅਸ ਸੈਕਟਰਸ ਐਂਡ ਇਸ਼ੂਜ਼ ਅਰਾਈਜ਼ਿੰਗ ਆਊਟ ਆਫ देयर डिजाइन and implementation, development processes and the development organizations, role of NGOs, self-help groups, donors, charities, institutional and other stakeholders। यार ਇਹਨਾਂ ਸਾਰਿਆਂ ਉੱਪਰ ਹੀ ਪ੍ਰੀ ਤੇ ਕੁਐਸਚਨ ਬਣਦੇ ਹੀ ਬਣਦੇ ਆ, ਡਾਇਰੈਕਟ ਕੁਐਸਚਨ ਆਉਂਦੇ ਆ। ਐਮਨੈਸਟੀ ਇੰਟਰਨੈਸ਼ਨਲ ਦੇ ਉੱਪਰ ਵੀ ਪ੍ਰੀ ਚ ਕੁਐਸਚਨ ਆ ਜਾਏਗਾ, ਰਾਈਟ। देयर विल बी अ क्वेश्चन ना, ट्रांसपेरेंसी ਨੂੰ ਲੈ ਕੇ ਕੁਐਸਚਨ ਆ ਜਾਏਗਾ ਪ੍ਰੀ ਦੇ ਵਿੱਚ। ਕਿੰਨੇ ਮਨਾ ਕੀਤਾ ਉਹਨਾਂ ਨੂੰ ਕੁਐਸਚਨ ਪਾਉਣ ਤੋਂ, ਜਦਕਿ ਉਹਨਾਂ ਨੇ ਸਿਲੇਬਸ ਇਹ ਮੇਨਸ ਚ ਰੱਖਿਆ ਹੋਇਆ ਹੈ। ਐਂਡ ਇਫ ਯੂ ਸੀ ਦਾ ਪਾਸ ਈਅਰ ਪੇਪਰਸ ਯੂ ਵਿਲ ਫਾਈਂਡ ਮੈਨੀ ਕੁਐਸਚਨਸ ਔਨ ਗਵਰਨਮੈਂਟ ਸਕੀਮਸ and policies and initiatives। then why are we baffled, why are we not basically, ਸਾਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ ਕਿ ਯਾਰ ਮੇਨਸ ਦਾ ਸਿਲੇਬਸ ਹੀ ਕਰਨਾ ਹੈ, ਕਿਉਂ ਅਸੀਂ ਜਵਾਕਾਂ ਵਾਂਕਣ ਪ੍ਰੀ ਲਾਈ ਰੱਖਦੇ ਹਾਂ, ਰਾਈਟ। if up to this point you have understood and if you agree, I have opened the chat box, just let me know, do you understand and agree to what I said? All right, thank you। ਸੋ ਫਰੈਂਡਸ ਹੁਣ ਨਾ ਗੱਲ ਇਹ ਹੈ ਕਿ ਸਿਲੇਬਸ ਨੂੰ ਕੰਪਲੀਟ ਕਰਨ ਦੇ ਵਾਸਤੇ ਸਾਨੂੰ ਇੱਕ ਟਾਈਮ ਟੇਬਲ ਬਣਾਉਣਾ ਪੈਣਾ, ਰਾਈਟ। ਸਿਲੇਬਸ ਤਾਂ ਅਨਲਿਮਿਟਿਡ ਹੈ, ਇਹਦੇ ਤਾਂ ਕੋਈ ਅੰਤ ਹੀ ਨਹੀਂ ਹੈ। देयर आर सो मैनी थिंग्स इन दिस सिलेबस दैट वी हैव टू स्टार्ट टुडे। जे मैं अज भी स्टार्ट करा और मैं कोई टाइम टेबल ना बनावा तो फिर तो इस तैयारी का कोई फायदा नहीं है, कोई भी फायदा नहीं इस तैयारी का। दूजी गल, एक कॉमन सेंस की गल, बिल्कुल छोटी जी कॉमन सेंस की गल, राइट। ਅਸੀਂ ਸਾਰੇ ਅੱਜ ਜਿਹੜੇ ਇੱਥੇ ਬੈਠੇ ਹਾਂ ਅਸੀਂ ਸਾਰੇ ਪੰਜਾਬੀ ਹਾਂ most of us, because ਇਹ ਸੈਸ਼ਨ ਹੀ ਮੈਂ ਪੰਜਾਬ ਪੀਸੀਐਸ ਲਈ ਪਲਾਨ ਕੀਤਾ ਸੀਗਾ। ਸੋ ਆਈ ਬਲੀਵ ਦੈਟ 100% ਸਟੂਡੈਂਟਸ ਆਰ ਪੰਜਾਬੀ ਸਟੂਡੈਂਟਸ, ਠੀਕ ਹੈ। ਹੁਣ ਸਾਡੇ ਚੋਂ ਨਾ ਅਸੀਂ ਇਸ ਟਾਈਮ ਦੇ ਉੱਪਰ ਕੋਈ 350 ਲੋਕ ਇਸ ਸੈਸ਼ਨ ਨੂੰ ਅਟੈਂਡ ਕਰ ਰਹੇ ਹਾਂ, ਰਾਈਟ। 321 ਬੱਚੇ ਆ ਕਲਾਸ ਦੇ ਵਿੱਚ ਮੇਰੇ ਨਾਲ ਇਸ ਟਾਈਮ ਤੇ। ਅਸੀਂ ਮੰਨ ਕੇ ਚੱਲਦੇ ਹਾਂ ਕਿ ਇਹਨਾਂ ਚੋਂ ਨਾ ਸਿਰਫ ਔਰ ਸਿਰਫ 121 ਬੱਚੇ ਉਹ ਹੈ ਜਿਹੜੇ ਆਈਐਸ ਦੀ ਤਿਆਰੀ ਵੀ ਕਰ ਰਹੇ हैं और पीसीएस ਦੀ ਵੀ, ਔਰ 200 ਬੱਚੇ ਉਹ ਹੈ ਜਿਹੜੇ ਸਿਰਫ ਔਰ ਸਿਰਫ ਪੀਸੀਐਸ ਦੀ ਤਿਆਰੀ ਕਰ ਰਹੇ हैं, ਰਾਈਟ। ਹੁਣ ਇਹ ਜਿਹੜੇ 121 ਬੱਚੇ ਨਾ, ਇਹਨਾਂ ਨੇ ਇੰਡੀਅਨ ਹਿਸਟਰੀ ਹੋ ਜਾਏ, ਪੋਲਿਟੀ ਹੋ ਜਾਏ, ਇਕੋਨਮੀ ਹੋ ਜਾਏ, ਜੋਗ੍ਰਾਫੀ ਹੋ ਜਾਏ, ਸਾਇੰਸ ਹੋ ਜਾਏ, ਇੰਟਰਨੈਸ਼ਨਲ ਰਿਲੇਸ਼ਨਸ, ਐਥਿਕਸ, ਗਵਰਨੈਂਸ, ਰਾਈਟ, ਜਿੰਨੇ ਵੀ ਇਹ ਟੌਪਿਕਸ ਹੈ, ਇਹਨਾਂ ਸਾਰੇ ਸਟੂਡੈਂਟਸ ਨੇ ਉਹ ਕਿੱਥੇ ਜ਼ਿਆਦਾ ਲੈਵਲ ਦੇ ਪੜ੍ਹੇ ਹੋਏ ਹੈ ਐਜ਼ ਕੰਪੇਅਰ ਟੂ ਦ ਸਟੂਡੈਂਟਸ ਹੂ ਵਿਲ ਥਿੰਕ ਅਬਾਊਟ ਪੰਜਾਬ। ਪੰਜਾਬ ਵਾਲਾ ਬੱਚਾ ਪਤਾ ਕੀ ਕਰਦਾ, ਕਈ ਵਾਰ ਮੈਂ ਦੇਖਿਆ ਉਹਨਾਂ ਕਹਿੰਦਾ ਜੇ ਮੈਂ ਲੂਸੈਂਟ ਦੀ ਗਾਈਡ ਤੋਂ ਪੜ੍ਹ ਲੈਂਦਾ, ਵੀ ਇਹ ਤਾਂ ਲੂਸੈਂਟ ਨਹੀਂ ਪੜ੍ਹ ਰਹੇ ਨਾ, ਇਹ ਤਾਂ ਐਡਵਾਂਸ ਬੁੱਕਸ ਪੜ੍ਹ ਰਹੇ ਹੈ, ਸਟੈਂਡਰਡ ਬੁੱਕਸ ਪੜ੍ਹ ਰਹੇ ਹੈ, ਇਹਨਾਂ ਦੀ ਨੌਲੇਜ, ਇਹਨਾਂ ਦੀ ਇਨਫੋਰਮੇਸ਼ਨ ਸਾਡੇ ਨਾਲੋਂ ਕਿੱਥੇ ਜ਼ਿਆਦਾ ਹੈ। ਫਿਰ ਇਹ ਕਰੰਟ ਅਫੇਅਰ ਵਾਸਤੇ ਦਾ ਹਿੰਦੂ ਵੀ ਪੜ੍ਹਦੇ ਹੈ, ਐਕਸਪ੍ਰੈਸ ਵੀ ਪੜ੍ਹਦੇ ਹੈ, ਯੋਜਨਾ ਮੈਗਜ਼ੀਨ ਵੀ ਪੜ੍ਹਦੇ ਹੈ, ਜੋ ਪੰਜਾਬ ਪੀਸੀਐਸ ਵਾਲਿਆਂ ਨੂੰ ਲੋਕੀ ਕਹਿੰਦੇ ਤੁਸੀਂ ਨਾ ਪੜ੍ਹਨਾ, ਉਹਦੀ ਲੋੜ ਨਹੀਂ ਹੈ, ਫਾਈਨ। ਹੁਣ ਇਹਨਾਂ ਨੇ ਆਲਰੇਡੀ ਆਪਣਾ ਪੈਨੋਰਮਾ ਕਿੰਨਾ ਵਾਈਡ ਕੀਤਾ ਹੋਇਆ, ਪਰ ਪੇਪਰ ਇਹਨਾਂ ਨੇ ਵੀ ਤੁਹਾਡੇ ਨਾਲ ਦੇਣਾ। ਨਾਓ ਇਫ ਯੂ ਗੋ ਬੈਕ and check it out yourself, if you try go and check it out yourself, you will be surprised to know one thing, right। मैं ਤੁਹਾਨੂੰ ਛੋਟੀ ਜੀ ਗੱਲ ਦੱਸਦਾ। ਪਰਲੀਨ ਜੀ ਹੈ ਨਾ ਜਿਹੜੇ, ਇਹ ਸਾਡੇ ਆਈਐਸ ਦੇ ਬੈਚ ਵਿੱਚ ਸੀਗੇ, ਪੀਸੀਐਸ ਦੇ ਬੈਚ ਵਿੱਚ ਨਹੀਂ ਸੀਗੇ, ਠੀਕ ਹੈ। ਉਸ ਤੋਂ ਬਾਅਦ ਅਮਨ, ਸੋਮਲ ਸਰ, ਅਰੁਣ, ਬਬਨ, ਇਹ ਜਿਹੜੇ ਹੈ ਇਹ ਪੀਸੀਐਸ ਦੀ ਤਿਆਰੀ ਕਰ ਰਹੇ ਸੀਗੇ। ਪਰ ਵਿਕਰਮ ਜੀ, ਦਿਲਪ੍ਰੀਤ ਜੀ, ਇਹ ਤਾਂ ਹੁਣ ਆਈਪੀਐਸ ਹੀ ਬਣ ਗਏ। ਦਿਵਿਆ ਜੀ, ਗਗਨ ਜੀ,
ਇਹ ਸਾਰੇ ਜਿਹੜੇ ਹੈ ਇਹ ਆਈਐਸ ਦੀ ਤਿਆਰੀ ਕਰ ਰਹੇ ਸੀਗੇ। ਗਗਨ ਤੱਕ ਤਾਂ ਠੀਕ ਹੈ। ਜਗਨੂਰ ਆਈ ਐਮ ਨॉट श्योर whether he was preparing for IAS but for PCS yes. Jinsu had been IAS student, Karan had been IAS student, Mohit had been IAS student, Nikhil I am not sure, Priyanka had been, Ravinder had been IAS student, Satvir I am not sure, Sonoli I am not sure, Sukhvinder had been, Sumrita had been, Umesh had been, Larson had been, Varinder had been, and yes she was a student in my IAS batch. ਸੋ ਮੈਕਸਿਮਮ ਸਕਸੈਸ ਕਿਹਦੀ ਹੈ, ਮੈਕਸਿਮਮ ਸਿਲੈਕਸ਼ਨ ਕਿਹੜੇ ਸਟੂਡੈਂਟ ਦੀ ਹੈ, ਜਿਹੜੇ ਖੁਦ ਆਈਐਸ ਦੀ ਤਿਆਰੀ ਕਰ ਰਹੇ ਹੈ। ਕਿਉਂ? ਕਿਉਂਕਿ ਉਹ ਤੁਹਾਡੇ ਤੋਂ ਜ਼ਿਆਦਾ ਪੜ੍ਹ ਚੁੱਕੇ ਆ ਆਲਰੇਡੀ। ਉਹਨਾਂ ਨੇ ਹੁਣ ਕੀ ਐਡ ਕਰਨਾ ਵਿੱਚ? ਸਿਰਫ ਪੰਜਾਬ। ਸੋ ਮੈਂ ਪੰਜਾਬੀ ਬੱਚਿਆਂ ਨੂੰ ਇਹ ਗੱਲ ਕਦ ਤੋਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਪਤਾ ਨਹੀਂ ਕਿਉਂ ਪੰਜਾਬੀਆਂ ਦੇ ਦਿਮਾਗ ਦੇ ਵਿੱਚ ਨਾ ਦੋ ਤਿੰਨ ਗੱਲਾਂ ਫਸੀਆਂ ਹੋਈਆਂ। ਪਹਿਲੀ ਗੱਲ, ਮੈਂ ਪੰਜਾਬ 'ਚ ਹੀ ਰਹਿਣਾ, ਮੈਂ ਪੰਜਾਬ ਤੋਂ ਬਾਹਰ ਨਹੀਂ ਜਾਣਾ। ਵੈਰੀ ਗੁੱਡ। ਬਈ ਮੈਨੂੰ ਇਹ ਦੱਸੋ, ਜੇ ਤੁਸੀਂ ਪੰਜਾਬ ਤੋਂ ਬਾਹਰ ਨਹੀਂ ਜਾਣਾ, ਤੁਹਾਨੂੰ ਕੌਣ ਕੱਢ ਰਿਹਾ ਪੰਜਾਬ ਤੋਂ? क्या ਤੁਸੀਂ IAS IPS ਬਣ ਕੇ ਤੁਹਾਨੂੰ ਪੰਜਾਬ ਕੈਡਰ ਨਹੀਂ ਮਿਲ ਸਕਦਾ? ਹਰਮਨ ਹੰਸ ਜੀ ਹੈ ਸਾਡੇ ਇੱਕ ਪੁਰਾਣੇ ਸਟੂਡੈਂਟ, ਹੀ ਇਜ਼ ਐਨ IPS, ਪੰਜਾਬ ਕੈਡਰ 'ਚ ਹੀ ਹੈ। ਹਰਪ੍ਰੀਤ ਜੀ ਹੈ ਸਾਡੇ ਇੱਕ ਪੁਰਾਣੇ ਸਟੂਡੈਂਟ, IAS ਬਣੇ ਆ, ਰੈਂਕ 19 ਆਇਆ ਸੀਗਾ, ਪੰਜਾਬ ਕੈਡਰ ਹੀ ਮਿਲਿਆ। ਇੱਦਾਂ ਹੋਰ ਬੜੇ ਐਗਜ਼ਾਮਪਲ ਹੈ, ਰਾਈਟ। ਸੋ ਈਵਨ ਇਫ ਯੂ ਬਿਕਮ ਐਨ IAS देयर इज ऑलवेज अ पॉसिबिलिटी दैट यू मे गेट पंजाब कैडर। नो बॉडी सेइंग यू ना कि ਤੁਸੀਂ ਜਾਓ ਜਾਂ ਤੁਹਾਨੂੰ ਅਸੀਂ ਪੰਜਾਬ 'ਚ ਨਹੀਂ ਰੱਖਣਾ। ਇੱਕ ਦੂਜਾ ਡੈਪੂਟੇਸ਼ਨ ਤੇ ਵੀ ਆ ਸਕਦੇ ਹੋ। ਤੀਜੀ ਗੱਲ ਜਿਹੜੀ ਬੜੀ ਜ਼ਰੂਰੀ ਗੱਲ ਹੈ ਸਮਝਣੀ, ਇਹੋ ਜਿਹੇ ਮੇਰੇ ਕਈ ਪੰਜਾਬੀ ਸਟੂਡੈਂਟ, ਜਗਪਾਲ ਸਿੰਘ ਧਨਵਾਲ ਜਿਹੜਾ ਸਾਡੀ ਇੱਕ ਸਟੂਡੈਂਟ ਹੈ IPS ਮੇਘਾਲਿਆ 'ਚ ਲੱਗੇ ਆ, SSP ਹੋ ਗਏ ਉੱਥੇ, ਹੁਣ SP ਹੋ ਗਏ, ਰਾਈਟ। ਜਿੱਥੇ ਵੀ ਹੈ ਤਾਂ ਅਫਸਰ ਹੀ, ਔਰ ਵਧੀਆ ਪੂਰੀ ਸਿਕਿਉਰਿਟੀ ਮਿਲੀ ਹੈ, ਪੂਰੀ ਐਸ਼ੋ ਆਰਾਮ ਨਾਲ ਜ਼ਿੰਦਗੀ ਹੈ, ਪੂਰੀ ਰਿਸਪੈਕਟ ਹੈ, ਪੂਰੀ ਡਿਗਨਿਟੀ ਹੈ, ਨਾਲ ਪੰਜਾਬੀ ਕਲਚਰ ਉੱਥੇ ਤੱਕ ਪਹੁੰਚਿਆ ਹੋਇਆ। ਪਿੱਛੇ ਜੇ ਮੈਨੂੰ ਮੌਕਾ ਮਿਲਿਆ, ਮੈਂ ਮੇਘਾਲਿਆ ਗਿਆ ਸੀ ਜਦੋਂ ਉਹਨਾਂ ਦੀ ਪ੍ਰਮੋਸ਼ਨ ਹੋਈ, ਕਾਲਡ ਮੀ ਦੇਅਰ ਜਗਪਾਲ ਸਰ, ਸੋ ਆਈ ਸਟੇਡ ਵਿਦ ਹਿਮ। ਬਈ ਉਹਨਾਂ ਨੇ ਤਾਂ ਉੱਥੇ ਮੇਘਾਲਿਆ ਦੇ ਲੋਕਾਂ ਨੂੰ ਵੀ ਪੰਜਾਬੀ ਬੋਲਣ ਤੇ ਲਾਇਆ ਹੋਇਆ। ਦ ਪੀਪਲ ਸਪੀਕ ਐਂਡ ਅੰਡਰਸਟੈਂਡ ਪੰਜਾਬੀ। ਇਟ ਵਾਸ ਸੋ ਈਜ਼ੀ ਫॉर मी ਟੂ ਇੰਟਰੈਕਟ ਵਿਦ them। ਸੋ ਕਿੰਨੇ ਤੁਹਾਨੂੰ ਕਿਹਾ ਕਿ ਜੇ ਤੁਸੀਂ ਬਾਹਰ ਚਲ ਜਾਓਗੇ ਤਾਂ ਕੋਈ ਕਮੀ ਆ ਜੂਗੀ, ਕਿ ਪੰਜਾਬ 'ਚ ਰਹਿ ਕੇ ਤੁਹਾਡੀ ਅਫਸਰੀ ਜ਼ਿਆਦਾ ਕੋਈ ਠਾਠ ਬਣ ਜੂਗੀ? ਇੱਥੇ ਰਹਿ ਕੇ ਤਾਂ ਆਂਡੀਆਂ ਗੁਆਂਢੀਆਂ ਨੇ, ਰਿਸ਼ਤੇਦਾਰਾਂ ਨੇ ਆ ਕੇ ਵੰਗਾਰਾਂ ਹੀ ਪਾਣੀਆਂ, ਆ ਮੇਰਾ ਆਹ ਕੰਮ ਕਰਾ ਦੇ, ਮੇਰਾ ਉਹ ਕੰਮ ਕਰਾ ਦੇ। ਨਾ ਜਿਹਨੂੰ ਨਾ ਕਰਤੀ ਉਹਨੇ ਨਾਰਾਜ਼ ਹੋ ਜਾਣਾ ਸ਼ਰੀਕ ਨੇ, ਤੇ ਜਿਹੜਾ ਕੰਮ ਕਰਾਤਾ ਪਤਾ ਨਹੀਂ ਸਹੀ ਕਰਾ ਕੇ ਗਲਤ ਕਰਾਇਆ, ਕੱਲ ਨੂੰ ਤੁਸੀਂ ਨਾ ਫਸ ਜਾਓ। ਆਹ ਤਾਂ ਆਪਾਂ ਸੋਚਦੇ ਨਹੀਂ, ਟੌਰ ਦਿਖਾਣੀ ਹੈ ਬਸ ਪੰਜਾਬੀਆਂ ਨੇ, ਪੰਜਾਬੀਆਂ ਨੂੰ ਆਪਣਿਆਂ ਨੂੰ ਹੀ। ਇਸ ਤੋਂ ਉੱਪਰ ਸੋਚੋ ਥੋੜਾ ਜਿਹਾ, ਠੀਕ ਹੈ। ਤਿਆਰੀ IAS ਦੀ ਕਰ ਲਓ। PCS ਦੇਣਾ ਦੇ ਲਾਂਗੇ, ਹਰਿਆਣਾ ਵਾਲਾ ਆ ਗਿਆ ਉਹ ਵੀ ਦੇ ਦਾਂਗੇ, ਹਿੰਦੀ ਆਂਦੀ ਹੈ ਥੋੜੀ ਬਹੁਤੀ ਦੇ ਦਾਂਗੇ, ਹਿਮਾਚਲ ਆ ਗਿਆ ਉਹ ਵੀ ਦੇ ਦਾਂਗੇ, ਰਾਜਸਥਾਨ ਆ ਗਿਆ ਉਹ ਵੀ ਦੇਵਾਂਗੇ, ਮੱਧ ਪ੍ਰਦੇਸ਼ ਆਇਆ ਉਹ ਵੀ ਦੇਵਾਂਗੇ। ਬਾਈ ਜਿੱਥੇ ਵੀ ਜਾਵਾਂਗੇ SDM DSP ਲੱਗ ਕੇ ਜਾਵਾਂਗੇ, ਜਿੱਥੇ ਵੀ ਜਾਵਾਂਗੇ ਆਮ ਆਦਮੀ ਬਣ ਕੇ ਤਾਂ ਨਹੀਂ ਜਾ ਰਹੇ। ਕਿਸ ਗੱਲ ਦਾ ਡਰ ਹੈ ਪੰਜਾਬ ਤੋਂ ਬਾਹਰ ਨਹੀਂ ਜਾਣਾ? ਦੂਜੀ ਗੱਲ ਆਪਾਂ ਨਾ ਪਤਾ ਕੀ ਸੋਚਦੇ ਹਾਂ, ਅਸੀਂ ਥੋੜਾ ਘੱਟ ਪੜ੍ਹ ਲਾਂਗੇ, PCS ਹੀ ਦੇ ਲਾਂਗੇ, IAS ਤਾਂ ਬਹੁਤ ਔਖੀ ਚੀਜ਼ ਹੈ। ਉਹ ਬਾਈ IAS ਵਾਲਿਆਂ ਨੇ ਤੁਹਾਡੇ ਨਾਲ ਆ ਕੇ ਕੰਪੀਟ ਕਰਨਾ, ਤੁਹਾਡੀਆਂ ਜੜ੍ਹਾਂ 'ਚ ਬਹਿ ਜਾਣਾ, ਉਹਨਾਂ ਨੇ ਪੇਪਰ ਕੱਢ ਦੇਣਾ। ਆ ਤੁਸੀਂ ਜਿਹੜਾ ਥੋੜਾ ਜਿਹਾ ਘੱਟ ਪੜ੍ਹੇ ਸੀਗੇ, ਇਹਦੇ ਨਾਲ ਤਾਂ ਨਾ ਹੀ ਪੜ੍ਹਦੇ, ਬਿਲਕੁਲ ਨਾ ਪੜ੍ਹਦੇ, ਕਿਉਂਕਿ ਘੱਟ ਪੜ੍ਹ ਕੇ ਪੇਪਰ ਨਹੀਂ ਨਿਕਲਦਾ, ਪੇਪਰ ਤਾਂ ਵੱਧ ਪੜ੍ਹ ਕੇ ਨਿਕਲਦਾ। ਜੇ 10 ਕੁਐਸਚਨ ਵੀ ਟਫ ਆ ਗਏ ਤੁਹਾਡੇ ਤਾਂ ਹੱਥ ਖੜੋਤੇ ਆ ਉੱਥੇ। ਫਿਰ ਮੈਨੂੰ ਤਾਂ ਆਉਂਦੇ ਨਹੀਂ ਜੀ, ਜਿਹਨੇ IAS ਦੀ ਤਿਆਰੀ ਕੀਤੀ ਉਹਨੇ ਕੱਢ ਜਾਣਾ। ਫਿਰ ਤੁਸੀਂ ਸੋਚਦੇ ਹੋ ਯਾਰ ਘੱਟ ਟਾਈਮ ਲਾ ਕੇ ਪੜ੍ਹ ਲਈਏ, ਘੱਟ ਪੈਸੇ ਲਾ ਕੇ ਪੜ੍ਹ ਲਈਏ, ਔਰ ਜੇ ਨਿਕਲਣਾ ਹੀ ਉਹਨਾਂ ਨੇ ਜਿਨ੍ਹਾਂ ਨੇ ਜ਼ਿਆਦਾ ਪੜ੍ਹਨਾ, ਤੇ ਫਿਰ ਤੁਸੀਂ ਕੀ ਕਰਤਾ? ਤੁਸੀਂ ਟਾਈਮ ਵੀ ਵੇਸਟ ਕਰਤਾ, ਐਫਰਟ ਵੀ ਵੇਸਟ ਕਰਤਾ, ਜਿਹੜੀ ਥੋੜੀ ਕਿਸੇ ਇੰਸਟੀਟਿਊਸ਼ਨ ਨੂੰ ਫੀਸ ਦਿੱਤੀ ਸੀ ਉਹ ਵੀ ਵੇਸਟ ਕਰਤੀ, ਜਿੰਨੀ ਘੱਟ ਦਿੱਤੀ ਸੀ ਉਨੀ ਉਹ ਵੇਸਟ ਕਰਤੀ, ਕਿਉਂਕਿ ਪੇਪਰ ਤਾਂ ਟਫ ਆ ਜਾਂਦੇ ਆ। ਦੈਨ ਕੰਪੀਟੀਸ਼ਨ ਬਹੁਤ ਹਾਈ ਹੋ ਜਾਂਦਾ ਹੈ, ਐਂਡ ਸਰਵਾਈਵ ਉਹੀ ਕਰਦਾ ਜਿਹਨੇ ਵੱਧ ਤਿਆਰੀ ਕੀਤੀ ਹੁੰਦੀ ਹੈ। ਤੇ ਆਪਣੇ ਆਪ ਨੂੰ ਇਹ ਗਲਤ ਮੈਸੇਜ ਦੇਣੇ ਬੰਦ ਕਰੋ ਕਿ ਥੋੜਾ ਘੱਟ ਪੜ੍ਹਨਾ ਇਸ ਲਈ PCS ਕਰਨੀ ਹੈ, ਘੱਟ ਟਾਈਮ 'ਚ ਕਰਨਾ ਇਸ ਲਈ PCS ਕਰਨੀ ਹੈ, ਘੱਟ ਫੀਸ ਦੇ ਕੇ ਇਸ ਲਈ PCS ਕਰਨੀ ਹੈ। ਨਹੀਂ ਕਰਨੀ, PCS ਕਰਨੀ ਹੈ ਬਟ ਤਿਆਰੀ ਨੈਕਸਟ ਲੈਵਲ ਦੀ ਕਰਕੇ ਕਰਨੀ ਹੈ, ਕਿ ਜੇ ਟਫੈਸਟ ਐਗਜ਼ਾਮ ਵੀ ਆ ਗਿਆ ਤੇ ਮੈਂ ਸਰਵਾਈਵ ਕਰਨਾ ਉਹ ਪੇਪਰ, ਟਫੈਸਟ ਐਗਜ਼ਾਮ ਵੀ ਜੇ ਆ ਗਿਆ। I hope all this is making sense to all of you today, है ना। गल कोई गलत कह रहे तो मैंने तुसीं दस सकते हो। Rajinder and Prachi, they agreed to what I said. Even Anchal Nanda has agreed now, right? So देखो यार इदा है, मैं ना कभी भी वो गल करता ही नहीं जिहदे बारे मैनू कोई नॉलेज नहीं हुंदी, क्योंकि ना मैं कभी जुडिशरी का पेपर दिता, ना मैं लॉ की, ना मैं कभी उहदे वास्ते पढ़ाया। तो उहदे बारे जे मैं कुछ भी दसांगा तो फिर ना होना कि नीम हकीम खतराए जान, वो मैं करदा नहीं, ठीक है। जिस गल की मैनू नॉलेज नहीं, जिहड़े पिंड मैं गया नहीं, तुहानूं उहदा राह भी मैं किद्दां दसदा। सो प्लीज़ डोंट आस्क मी दोज क्वेश्चनस फॉर विच आई एम नॉट अ कॉम्पीटेंट परसन। आई कैन ओनली टेल यू अबाउट एग्जैक्टिव एग्जाम, बिकॉज मैं वो तैयारी की है, वो पेपर दिते हैं, मैं वो वास्ते पिछले 20-22 साल तो पढ़ा रहा, राइट। और बहुत सारे स्टूडेंट्स नूं हेल्प की है, उन्होंने मेहनत सदका उन्होंने सिलेक्शन होया, वाहिगुरू ने मेहर की है ना। असीं तो सिर्फ थोड़ा जिहा राह दिखाया, मेहनत बच्चों ने की,
ਵਾਹਿਗੁਰੂ ਨੇ ਮਿਹਰ ਕੀਤੀ ਤੇ ਬਹੁਤ ਸਾਰੇ ਬੱਚੇ ਤੁਹਾਡੇ ਸਾਹਮਣੇ ਫੋਟੋ ਲੱਗੀ ਹੈ ਸਿਲੈਕਟ ਹੋਏ ਪਿਛਲੇ 2-3 ਸਾਲਾਂ ਦੇ ਵਿੱਚ, ਐਂਡ ਵੀ ਕੈਨ ਪ੍ਰਾਊਡਲੀ ਕਲੇਮ ਕਿ ਅਸੀਂ 40-45% ਸਕਸੈਸ਼ਨ ਜਿਹੜਾ ਸਕਸੈਸ ਰੇਟ ਹੈ ਉਹ ਦਿੱਤਾ ਹੈ। ਆਈਏ ਜਦੋਂ ਸਾਡੇ ਇੰਟਰਵਿਊ ਹੁੰਦੇ ਆ ਵੀ ਬ੍ਰਿੰਗ ਦਾ ਬੈਸਟ ਪੈਨਲ, ਰਾਈਟ, ਚੀਫ ਸੈਕਟਰੀ ਲੈਵਲ ਦੇ ਰਿਟਾਇਰਡ ਆਫੀਸਰਸ ਐਂਡ ਪ੍ਰਿੰਸੀਪਲ ਸੈਕਟਰੀਜ਼ ਲੈਵਲ ਦੇ ਰਿਟਾਇਰਡ ਆਫੀਸਰ, we invite them and then they come and sit with our students and give them the most important tips, right? So students, ਹੁਣ ਗੱਲ ਇਹ ਹੈ ਕਿ what you have to understand, ਇੱਕ ਤਿਆਰੀ ਅੱਜ ਹੀ ਕਰਨੀ ਹੈ, ਕੱਲ ਨਹੀਂ ਕਰਨੀ, ਕੱਲ ਤੇ ਕਦੀ ਨਹੀਂ ਪਾਣਾ। the day you say na I will start tomorrow, the preparation dies। ਕੱਲ ਤਾਂ ਕਾਲ ਹੈ, ਕੱਲ ਨੇ ਤਾਂ ਆਣਾ ਨਹੀਂ, ਜਦੋਂ ਆਣਾ ਕੱਲ ਨੇ ਉਹਨੇ ਕਾਲ ਬਣ ਕੇ ਆਣਾ। ਤਿਆਰੀ ਹੁੰਦੀ ਹੈ ਅੱਜ, ਹੁਣ ਇਸੀ ਟਾਈਮ, ਅੱਜ ਤੋਂ ਤਿਆਰੀ ਸ਼ੁਰੂ ਹੈ ਸਾਡੀ, ਰਾਈਟ। ਵੀ ਆਰ ਸਟਾਰਟਿੰਗ ਆਵਰ ਜਰਨੀ ਫਰੋਮ ਟੂਡੇ ਇਟਸੈਲਫ। ਹੁਣ ਦੂਜੀ ਗੱਲ ਪਤਾ ਕੀ ਆਉਂਦੀ ਹੈ ਇਹਦੇ ਵਿੱਚ, ਦੂਸਰੀ ਗੱਲ ਆਉਂਦੀ ਹੈ ਕਿ ਤਿਆਰੀ ਕਰਨੀ ਕਿੱਦਾਂ, ਮੈਂ ਤੁਹਾਨੂੰ ਦੱਸਤਾ ਤੁਸੀਂ ਮੇਨਸ ਤੋਂ ਸ਼ੁਰੂ ਕਰਨੀ ਹੈ। ਤੀਜੀ ਗੱਲ ਹੁੰਦੀ ਹੈ ਸੋਰਸਿਸ ਕੀ ਯੂਜ਼ ਕਰਨੇ ਆ, ਮੈਂ ਤੁਹਾਨੂੰ ਸਮਝਾਇਆ। ਇਸੀ ਟੈਲੀਗ੍ਰਾਮ ਗਰੁੱਪ ਦੇ ਵਿੱਚ ਜਿਹੜਾ ਤੁਹਾਨੂੰ ਮੈਂ ਕਹਿੰਦੀ ਤੁਸੀਂ ਜੁਆਇਨ ਕਰੋ, ਇਸੀ ਟੈਲੀਗ੍ਰਾਮ ਗਰੁੱਪ ਦੇ ਵਿੱਚ ਮੈਂ ਇੱਕ ਡਾਕੂਮੈਂਟ ਸ਼ੇਅਰ ਕਰਾਂਗਾ ਕਿ NCERT ਦੀਆਂ ਕਿਹੜੀਆਂ ਕਿਤਾਬਾਂ 'ਚ ਤੁਸੀਂ ਕਿਹੜੇ ਟੌਪਿਕਸ ਪੜ੍ਹਨੇ ਆ, ਰਾਈਟ। ਹੁਣੀ ਤੁਹਾਡੇ ਵਾਸਤੇ ਮੈਂ ਉਹ ਡਾਕੂਮੈਂਟ ਵੀ ਸ਼ੇਅਰ ਕਰ ਦਾਂਗਾ, ਰਾਈਟ। ਤੁਸੀਂ ਬਸ ਉਹ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲਓ ਅਕਸ਼ਰ ਸਰ, ਜੇ ਪੋਸੀਬਲ ਹੈ ਤਾਂ ਇੱਕ ਵਾਰ ਦੁਬਾਰਾ ਤੁਸੀਂ ਉਸ ਟੈਲੀਗ੍ਰਾਮ ਗਰੁੱਪ ਦਾ ਤੇ YouTube ਚੈਨਲ ਦਾ ਲਿੰਕ ਸਾਂਝਾ ਕਰ ਦਿਓ ਬੱਚਿਆਂ ਨਾਲ, ਸੋ ਦੈਟ ਇਹ ਉਹਨੂੰ ਜੁਆਇਨ ਕਰ ਲੈਣ। ਐਂਡ ਦੈਨ ਆਫਟਰ ਦ ਐਂਡ ਆਫ ਦਾ ਸੈਸ਼ਨ ਮੈਂ ਆਪਣੇ ਸਾਰੇ ਸਟੂਡੈਂਟਸ ਨੂੰ ਉਹ ਡਾਕੂਮੈਂਟ ਸ਼ੇਅਰ ਕਰ ਦਾਂਗਾ, so that they can avail it and make use of it, right? so sources ਤੁਹਾਨੂੰ ਦੱਸ ਦਾਂਗਾ, ਮੈਂ ਤੁਹਾਨੂੰ ਸਿਲੇਬਸ ਸ਼ੇਅਰ ਕਰ ਦਾਂਗਾ, ਡਾਕੂਮੈਂਟ ਜਿਹੜਾ ਹੈਗਾ ਸਟਾਰਟ ਕਰ ਦਿਓ ਮੇਨਸ ਦੇ ਨਾਲ, ਆਪਣੇ ਟੌਪਿਕਸ ਆਇਡੈਂਟੀਫਾਈ ਕਰੋ, ਉਹਨਾਂ ਦੇ ਨੋਟਸ ਬਣਾਉਣੇ ਸ਼ੁਰੂ ਕਰੋ। ਜੇ ਤੁਹਾਨੂੰ ਲੱਗਦਾ ਨੋਟਸ ਕਿੱਦਾਂ ਬਣਾਉਣੇ ਆ, ਟੌਪਿਕਸ ਨੂੰ ਕਿੱਦਾਂ ਅੰਡਰਸਟੈਂਡ ਕਰਨਾ ਹੈ, ਕਿੱਦਾਂ ਇੰਟਰਲਿੰਕ ਕਰਨਾ ਹੈ, ਮੈਂ ਤੁਹਾਨੂੰ ਇੱਕ ਆਪਸ਼ਨ ਹੋਰ ਦਿੰਦਾ। ਅੱਜ ਸ਼ਾਮ ਨੂੰ 5:30 ਵਜੇ ਮੈਂ ਇੱਕ ਲਾਈਵ ਕਲਾਸ ਪੜ੍ਹਾ ਰਿਹਾ ਜਿਹੜੀ ਸਾਡੇ ਆਲਰੇਡੀ ਐਗਜ਼ਿਸਟਿੰਗ ਸਟੂਡੈਂਟਸ ਦੀ ਕਲਾਸ ਹੈ, ਔਰ ਵਰਲਡ ਹਿਸਟਰੀ ਪੜ੍ਹਾ ਰਿਹਾ। ਬਹੁਤ ਸਾਰੇ ਮੇਰੇ ਸਟੂਡੈਂਟਸ ਨੇ ਜਿਹੜੇ ਇਸ ਟਾਈਮ ਕਲਾਸ ਸਾਡੇ ਨਾਲ ਬੈਠੇ, ਇਹਨਾਂ ਨੇ ਵਰਲਡ ਹਿਸਟਰੀ ਨਹੀਂ ਲਾਈ ਹੋਣੀ, ਰਾਈਟ। ਜੇ ਤੁਸੀਂ ਚਾਹੁੰਦੇ ਹੋ ਮੈਂ ਤੁਹਾਡੇ ਨਾਲ ਅੱਜ ਉਸ ਵਰਲਡ ਹਿਸਟਰੀ ਦਾ ਇੱਕ ਸੈਸ਼ਨ ਜਿਹੜਾ ਲਾਈਵ ਚੱਲਣਾ ਮੇਰਾ 5:30 ਵਜੇ ਤੋਂ ਬਾਅਦ, ਉਹ ਵੀ ਸਾਂਝਾ ਕਰ ਦਿੰਦਾ। ਤੁਸੀਂ ਉਹ ਲਾਈਵ ਸੈਸ਼ਨ 'ਚ ਬਹਿ ਕੇ ਨਾ ਅੱਜ ਜ਼ੂਮ ਦੇ ਥਰੂ ਸਾਡਾ ਇੱਕ ਸੈਸ਼ਨ ਹੋਰ ਲਾ ਲਓ। 5:30 ਤੋਂ ਲੈ ਕੇ 7:30 2 ਘੰਟੇ ਦੀ ਮੇਰੀ ਕਲਾਸ ਚੱਲਣੀ ਹੈ, ਜਿਹਦੇ 'ਚ ਮੈਂ ਅੱਜ ਵਰਲਡ ਵਾਰ ਤੋਂ ਬਾਅਦ ਕੀ ਹੋਇਆ ਸੀ, ਫਸਟ ਵਰਲਡ ਵਾਰ ਤੋਂ ਬਾਅਦ ਤੋਂ ਲੈ ਕੇ ਵਰਲਡ ਵਾਰ 2 ਤੱਕ ਦੇ ਟੌਪਿਕਸ ਕਰਾਣੇ ਆ। ਉਹ ਤੁਸੀਂ ਕਲਾਸ ਲਾ ਕੇ ਵੇਖ ਲਓ, ਤੁਹਾਨੂੰ ਸਮਝ ਆ ਜਾਊਗਾ ਤੁਸੀਂ ਨੋਟਸ ਕਿੱਦਾਂ ਬਣਾਉਣੇ ਆ, ਰਾਈਟ। ਐਂਡ ਦੈਨ ਇਫ ਯੂ ਥਿੰਕ ਯੂ ਵਾਂਟ ਟੂ ਡੂ ਇਟ ਥਰੂ ਸੈਲਫ ਸਟੱਡੀ, ਗੋ ਹੈਡ ਥਰੂ ਸੈਲਫ ਸਟੱਡੀ। ਜੇ ਤੁਹਾਨੂੰ ਕਲਾਸ ਲਾ ਕੇ ਲੱਗਦਾ ਯਾਰ ਜੇ ਕੋਈ ਸਾਨੂੰ ਇਸ ਤਰ੍ਹਾਂ ਪੜ੍ਹਾ ਦੇ, ਕੋਈ ਸਾਡੇ ਇਸ ਤਰ੍ਹਾਂ ਨੋਟਸ ਬਣਵਾ ਦੇ, ਸਾਨੂੰ ਕੋਈ ਇਸ ਤਰ੍ਹਾਂ ਸਮਝਾ ਦੇ, ਤਾਂ ਸਾਡੇ ਵਾਸਤੇ ਕਿੰਨਾ ਹੀ ਆਸਾਨ ਹੋ ਜਾਊਗਾ ਸਿਲੇਬਸ ਜਲਦੀ ਖਤਮ ਕਰਨਾ, ਉਹਨੂੰ ਰਿਵਾਈਜ਼ ਕਰਨਾ, ਆਨਸਰ ਰਾਈਟਿੰਗ ਪ੍ਰੈਕਟਿਸ ਕਰਨਾ। ਜਿਹੜੀ ਕੋਈ ਬੰਦਾ ਮੇਰੇ ਆਨਸਰ ਚੈੱਕ ਕਰਕੇ ਇਵੈਲੂਏਟ ਕਰਕੇ ਮੈਨੂੰ ਦੱਸ ਵੀ ਦੇ ਕਿੱਥੇ ਕਮੀ ਹੈ ਤੇ ਕਿੱਦਾਂ ਇੰਪਰੂਵ ਕਰਨਾ ਹੈ। ਜੇ ਤੁਹਾਨੂੰ ਲੱਗਦਾ ਹੈ ਤੇ ਅਸੀਂ PCS ਦੇ ਲਈ ਇੱਕ ਨਵਾਂ ਬੈਚ ਮੰਡੇ ਤੋਂ 14 ਤਰੀਕ ਤੋਂ ਸ਼ੁਰੂ ਕਰਨ ਜਾ ਰਹੇ ਹਾਂ। ਉਹਦੀਆਂ ਡਿਟੇਲਸ ਜਿਹੜੀਆਂ ਨੇ ਉਹ ਸਿਰਫ ਮੈਂ ਉਹਨਾਂ ਸਟੂਡੈਂਟ ਨਾਲ ਸਾਂਝਾ ਕਰਾਂਗਾ ਕਿ ਕਿੰਨੀ ਦੇਰ ਦਾ ਕੋਰਸ ਹੈ, ਕਿੰਨੀ ਫੀਸ ਹੈ, ਜਿਹੜੇ ਸਟੂਡੈਂਟਸ ਜੈਨੂਅਨਲੀ ਇਸ ਐਗਜ਼ਾਮ ਦੀ ਤਿਆਰੀ ਕਰਨਾ ਚਾਹੁੰਦੇ ਆ। ਸਿਰਫ ਗੱਲਾਂ ਦੇ ਗਾਲੜ ਨਾਲ ਕੋਈ ਗੱਲ ਕਰਨ ਦਾ ਫਾਇਦਾ ਨਹੀਂ ਨਾ ਕਿ ਸਰ ਕਿੰਨੀ ਦੇਰ ਦਾ ਕੋਰਸ ਹੋਣਾ ਹੈ, ਤੁਸੀਂ ਕਰਨਾ ਨਹੀਂ ਸਰ ਵੈਸੇ ਹੀ ਪੁੱਛਿਆ ਸੀ, ਸਰ ਕਿੰਨੀ ਫੀਸ ਲੈਣੀ ਹੈ, ਤੂੰ ਦੇਣੀ ਹੈ ਬਈ, ਨਹੀਂ ਸਰ ਦੇਣੀ ਤਾਂ ਨਹੀਂ ਹੈ, ਫਿਰ ਛੱਡ ਯਾਰ ਤੂੰ ਪੁੱਛ ਕੇ ਵੀ ਕੀ ਕਰਨਾ ਹੈ। ਇਫ ਯੂ ਜੈਨੂਅਨਲੀ ਥਿੰਕ ਦੈਟ ਯੂ ਨੀਡ ਹੈਲਪ then we are here for you and we will definitely share every secret of success with you, right? but ਪਹਿਲਾ ਸਟੈਪ ਜਿਹੜਾ ਸਭ ਤੋਂ ਇੰਪੋਰਟੈਂਟ ਸੈਲਫ ਸਟੱਡੀ ਕਰਨ ਵਾਲਿਆਂ ਵਾਸਤੇ ਵੀ ਉਹ ਕੀ ਹੈ, ਸਿਲੇਬਸ ਆਇਡੈਂਟੀਫਾਈ ਕਰਨਾ, ਟੌਪਿਕਸ ਆਇਡੈਂਟੀਫਾਈ ਕਰਨਾ, ਸੋਰਸਿਸ ਆਇਡੈਂਟੀਫਾਈ ਕਰਨਾ ਤੇ ਨੋਟਸ ਬਣਾਉਣਾ। ਹੁਣ ਇਹਦੇ ਵਿੱਚੋਂ ਦੀ ਪਹਿਲਾ ਕੰਮ ਸਿਲੇਬਸ ਤੁਹਾਨੂੰ ਅੱਜ ਮੈਂ ਦੇਣ ਜਾ ਰਿਹਾ ਟੈਲੀਗ੍ਰਾਮ ਗਰੁੱਪ ਦੇ ਵਿੱਚ। ਦੂਜੀ ਚੀਜ਼ ਸੋਰਸਿਸ ਤੁਹਾਨੂੰ ਮੈਂ ਦੇਣ ਜਾ ਰਿਹਾ ਟੈਲੀਗ੍ਰਾਮ ਗਰੁੱਪ ਦੇ ਵਿੱਚ। ਨੰਬਰ 3 ਕਰੰਟ ਅਫੇਅਰ ਨੋਟਸ ਤੁਹਾਨੂੰ ਡੇਲੀ ਮਿਲਣਗੇ ਅੱਜ ਤੋਂ ਬਾਅਦ। ਤੁਸੀਂ ਸਾਡੇ ਨਾਲ ਵੈਬੀਨਾਰ ਲਾਇਆ, ਤੁਸੀਂ ਸਾਡੇ ਨਾਲ ਜੁੜੇ ਹੋ, ਤੁਹਾਡੇ ਤੇ ਵਿਸ਼ਵਾਸ ਰੱਖਿਆ, ਅਸੀਂ ਤੁਹਾਡੇ ਵਾਸਤੇ ਹੁਣ ਕਰੰਟ ਅਫੇਅਰਸ ਫ੍ਰੀ ਆਫ ਕਾਸਟ ਅੱਜ ਹੀ ਮੈਂ ਸੈਸ਼ਨ ਖਤਮ ਹੋਣ ਤੋਂ ਬਾਅਦ ਪਿਛਲੇ 6 ਮਹੀਨਿਆਂ ਦੇ ਪੰਜਾਬ ਸਪੈਸੀਫਿਕ ਕਰੰਟ ਅਫੇਅਰਸ ਵੀ ਤੁਹਾਡੇ ਨਾਲ ਸਾਂਝੇ ਕਰਾਂਗਾ। ਫॉर ਪੰਜਾਬ ਪਿਛਲੇ 6 ਮਹੀਨਿਆਂ ਦੇ ਕਰੰਟ ਅਫੇਅਰ ਤੁਹਾਨੂੰ ਮੈਂ ਅੱਜ ਹੀ ਸਾਂਝੇ ਕਰ ਦਾਂਗਾ, ਸੋ ਦੈਟ ਕਿ ਜੇ ਅਗਲੇ 6-7 ਮਹੀਨਿਆਂ 'ਚ ਵੀ ਪੇਪਰ ਆਏ ਤੇ ਤੁਹਾਨੂੰ ਬੈਕਲੌਗ ਨਾ ਲੱਗੇ ਕਿ ਯਾਰ ਪਿਛਲੇ ਕਰੰਟ ਅਫੇਅਰ ਨਹੀਂ ਪੜ੍ਹੇ, ਤੁਹਾਨੂੰ ਹੁਣੀ ਸ਼ੇਅਰ ਕਰ ਦਾਂਗਾ, ਰਾਈਟ। ਅਗਲੇ ਹਰ ਮਹੀਨੇ ਦੇ ਤੁਹਾਨੂੰ ਮੈਂ ਕਰੰਟ ਅਫੇਅਰ ਸ਼ੇਅਰ ਕਰਾਂਗਾ ਫ੍ਰੀ ਆਫ ਕਾਸਟ। ਦੈਨ ਇਸ ਤੋਂ ਇਲਾਵਾ ਸੋਰਸਿਸ ਦੱਸਤੇ, ਸਿਲੇਬਸ ਦੱਸਤਾ, ਕਰੰਟ ਅਫੇਅਰਸ ਤੁਹਾਨੂੰ ਪ੍ਰੋਵਾਈਡ ਕਰਤੇ, ਨੋਟਸ ਕਿੱਦਾਂ ਬਣਾਉਣੇ ਆ ਉਹ ਤੁਹਾਨੂੰ ਮੈਂ ਅੱਜ 5:30 ਵੇਲੇ ਸੈਸ਼ਨ ਵਾਸਤੇ ਇਨਵਾਈਟ ਕਰ ਰਹੇ ਹਾਂ। ਤੁਸੀਂ ਆਓ ਦੇਖੋ ਤੁਹਾਡੀ ਨੋਟਸ ਕਿੱਦਾਂ ਬਣਾਉਣੇ ਆ। ਦੈਨ ਯੂ ਡਿਸਾਈਡ ਜੇ ਸੈਲਫ ਸਟੱਡੀ ਨਾ ਕਰਨਾ ਹੈ, ਯੂ ਆਲਰੇਡੀ ਹੈਵ ਯੂਅਰ ਐਮੂਨੇਸ਼ਨ, ਸਟਾਰਟ ਯੂਅਰ ਪ੍ਰੈਪਰੇਸ਼ਨ। ਜੇ ਤੁਹਾਨੂੰ ਕੋਚਿੰਗ ਚਾਹੀਦੀ ਹੈ, ਮੰਡੇ ਸਾਡਾ ਬੈਚ ਸਟਾਰਟ ਹੋ ਰਿਹਾ, ਯੂ ਕੈਨ ਇਨਕੁਆਇਰ ਅਬਾਊਟ ਇਟ, ਰਾਈਟ। ਨਾਓ ਦ ਕੁਐਸਚਨ ਇਜ਼ when you will wake up, when you will stand up, when you will take that leap। ਤੁਸੀਂ ਕਦੋਂ ਆਪਣੀ ਉਡਾਨ ਭਰਨੀ ਸ਼ੁਰੂ ਕਰਨੀ ਹੈ ਤੇ ਕਦੋਂ ਤੁਸੀਂ ਆਪਣੇ ਸੁਪਨੇ ਨੂੰ ਸਾਕਾਰ ਕਰਨ ਵਾਸਤੇ ਹੱਲਾਸ਼ੇਰੀ ਦਿਖਾਣੀ ਹੈ। ਜੇ ਤਾਂ ਢਿੱਗੀ ਜੇ ਢਾਏ ਬੈਠੇ ਰਹਿ ਗਏ ਕਿ ਬਈ ਦੇਖ ਲਾਂਗੇ, ਕਰ ਲਾਂਗੇ, ਇਹ ਤਾਂ ਰਾਜ ਸਰ ਤਾਂ ਬੋਲਦਾ ਹੀ ਰਹਿੰਦਾ, ਇਹਦਾ ਕੀ ਹੈ, ਇਹ ਤਾਂ ਕੰਮ ਹੈ, ਇਹਨੇ ਤਾਂ ਨਾਲ ਫੀਸ ਲੈਣੀ ਹੈ ਸਾਡੇ ਤੋਂ, ਹੋਰ ਇਹਨੂੰ ਥੋੜਾ ਕੋਈ ਕੰਮ ਹੈ,
ਫਿਰ ਬਈ ਬਹਿ ਕੇ ਵੇਟ ਕਰ ਲਓ, ਜਿੱਦਣ ਪੇਪਰ ਆਏਗਾ ਰਾਜ ਫਿਰ ਚੇਤੇ ਆਏਗਾ। ਤੇ ਜੇ ਅੱਜ ਰਾਜ ਦੀ ਗੱਲ ਮੰਨ ਕੇ ਸ਼ੁਰੂ ਕਰਤਾ ਤੇ ਉਦੋਂ ਸ਼ਾਇਦ 4 ਦੁਆਵਾਂ ਵੀ ਐਕਸਟਰਾ ਦੇ ਦੋਗੇ ਫੀਸ ਦੇ ਨਾਲ, ਉਹਦਾ ਮੈਂ ਥੋੜਾ ਜ਼ਿਆਦਾ ਵੀ ਭੁੱਖਾਂ ਕਿ 4 ਦੁਆਵਾਂ ਐਕਸਟਰਾ ਮਿਲ ਜਾਣ। ਠੀਕ ਹੈ, ਨਾਓ ਆਈ ਓਪਨ ਅਪ ਟੂ ਡਿਸਕਸ਼ਨ ਵਿਦ ਯੂ ਬਿਕॉज what I wanted to share I have shared it. So I will give mic to students one by one. You can ask your doubts, and before that Akshay sir, if possible please share the joining link for today's 5:30 PM class ਜਿਹੜੀ ਮੈਂ NCERT ਦੀ ਕਲਾਸ ਪੜ੍ਹਾਣੀ ਹੈ ਵਰਲਡ ਹਿਸਟਰੀ ਦੀ, ਉਹਦਾ ਲਿੰਕ ਸ਼ੇਅਰ ਕਰ ਦਿਓ। ਨੀਰਜ ਜੀ tell me what you want to ask, and ਮੇਰੀ ਟੀਮ ਨੇ ਸ਼ਾਇਦ ਉਹਦਾ ਲਿੰਕ ਵੀ ਸ਼ੇਅਰ ਕਰਤਾ ਵਰਲਡ ਹਿਸਟਰੀ ਕਲਾਸ ਦਾ। 5:30 ਵਜੇ ਕਲਾਸ ਸਟਾਰਟ ਹੋਣੀ ਹੈ, ਤੁਸੀਂ ਇਹਨੂੰ ਜੁਆਇਨ ਕਰ ਲੈਣਾ। ਨੀਰਜ ਜੀ ਮਾਈਕ ਔਨ ਕਰੋ ਜੇ ਕੁਝ ਪੁੱਛਣਾ ਤਾਂ ਤੁਸੀਂ। ਓਕੇ ਸੂਰਜ ਜੀ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਨੀਰਜ ਜੀ ਦਾ ਮੂਡ ਨਹੀਂ ਲੱਗਦਾ, ਵੈਸੇ ਹੱਥ ਖੜਾ ਰੱਖਿਆ ਸੀ ਕਾਫੀ ਦੇਰ ਦਾ। ਸੂਰਜ ਪੌਲ ਜੀ ਦੱਸੋ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਸਾਕਸ਼ੀ ਜੀ ਤੁਸੀਂ, ਸਾਕਸ਼ੀ ਜੀ ਹੈ ਨਹੀਂ ਹੈ। ਸੀਮਾ do you want to ask anything or we just raised hands for the sake of raising hands? I think students do not have any questions to ask, so let's meet in 5:30 PM class. Those who are interested, we have shared the links here, you can join it, and God bless you all. Trust me when I tell you in next 6 to 7 months you will have your exam. Start your journey today, don't wait. ਵਾਹਿਗੁਰੂ ਦਾ ਨਾਮ ਲਓ, ਅੱਜ ਤੋਂ ਹੀ ਆਪਣੀ ਤਿਆਰੀ ਸ਼ੁਰੂ ਕਰੋ ਤੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਇਹਦੇ ਨਾਲ ਥੈਂਕ ਯੂ ਵੈਰੀ ਮਚ, ਟੇਕ ਕੇਅਰ, ਬਾਏ ਬਾਏ।